ਜਿਹੜਾ 7 ਨਵੰਬਰ ਨੂੰ ਡਬਲ ਮਰਡਰ ਨਕੋਦਰ ਦੇ ਵਿੱਚ ਹੋਇਆ ਸੀਗਾ, ਉਸ ਨੂੰ ਜਲੰਧਰ ਰੂਰਲ ਪੁਲਿਸ ਨੇ ਸੋਲਵ ਕਰ ਲਿਆ ਹੈਗਾ ਤੇ 3 ਗ੍ਰਿਫਤਾਰੀਆਂ ਕੀਤੀਆਂ ਤੇ ਜਿਹੜਾ ਮੋਡਿਊਲ ਇਸ ਮਰਡਰ ਦੇ ਪਿੱਛੇ ਸੀਗਾ ਉਹ ਪੂਰੀ ਤਰ੍ਹਾਂ ਉਸ ਨੂੰ ਅਨਵੇਲ ਕਰਕੇ ਬਸਟ ਕੀਤਾ ਗਿਆ ਹੈ। ਇਹ ਐਕਸਟੋਰਸ਼ਨ ਕਾਲ 1 ਨਵੰਬਰ ਨੂੰ ਹੋਈ ਸੀਗੀ ਡਿਸੀਜ਼ਡ ਭੁਪਿੰਦਰ ਸਿੰਘ ਉਰਫ ਟਿਮੀ ਨੂੰ, ਤੇ 8 ਨਵੰਬਰ ਨੂੰ ਦੂਜੀ ਐਕਸਟੋਰਸ਼ਨ ਕਾਲ ਹੋਈ ਸੀ। ਉਸ ਤੋਂ ਬਾਅਦ ਉਹਨਾਂ ਨੇ ਮਸਲਾ ਪੁਲਿਸ ਦੇ ਨੋਟਿਸ 'ਚ ਲਿਆਂਦਾ ਸੀਗਾ ਤੇ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਸੀ। ਇਹ ਜਿਹੜਾ ਇਨਸੀਡੈਂਟ 7 ਦਸੰਬਰ ਨੂੰ 8:30 PM ਤੇ ਹੋਇਆ ਸੀਗਾ, ਜਦੋਂ 2 ਮੋਟਰਸਾਈਕਲਾਂ ਤੇ 5 ਅਣਪਛਾਤੇ ਵਿਅਕਤੀ ਆਏ ਸੀਗੇ ਤੇ ਉਹਨਾਂ ਨੇ ਗੋਲੀਆਂ ਚਲਾਈਆਂ ਸੀ, ਜਿਸ ਤੇ ਜਿਹੜਾ ਗਨਮੈਨ ਮਨਦੀਪ ਸਿੰਘ ਸੀਗਾ ਉਹਨੇ ਜਵਾਬੀ ਫਾਇਰ ਕੀਤੇ ਸੀ। ਕਾਫੀ ਬਹਾਦਰੀ ਨਾਲ ਅਟੈਕ ਦਾ ਜਵਾਬ ਦਿੱਤਾ ਸੀਗਾ ਤੇ ਦੋਵਾਂ ਨੂੰ ਇੰਜਰੀਜ਼ ਹੋਈ ਸੀ। ਭੁਪਿੰਦਰ ਸਿੰਘ ਟਿਮੀ ਸਕਮ ਟੂ ਹਿਸ ਇੰਜਰੀਜ਼ ਤੇ ਨੈਕਸਟ ਡੇ ਜਿਹੜਾ ਸਾਡਾ ਮੁਲਾਜ਼ਮ ਮਨਦੀਪ ਸੀਗਾ ਉਹ ਵੀ ਸ਼ਹੀਦ ਹੋ ਗਿਆ ਸੀਗਾ। ਇਹ ਸਾਰੀ ਇਨਵੈਸਟੀਗੇਸ਼ਨ ਇਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਆਈ ਕਿ ਇਹ ਕਿਸੇ ਵੀ ਆਰਗੇਨਾਈਜ਼ਡ ਜਾਂ ਕਿਸੇ ਕ੍ਰਿਮੀਨਲ ਗਰੁੱਪ ਨਾਲ ਐਸੋਸੀਏਟਡ ਗਰੁੱਪ ਦਾ ਕੰਮ ਨਹੀਂ ਸੀ। ਇਹ ਬਿਲਕੁਲ ਹੀ ਨਵਾਂ ਗਰੁੱਪ ਜਿਹੜਾ ਇਮਰਜ ਹੋਇਆ ਸੀਗਾ, ਜਿਸ ਦਾ ਸੂਤਰਧਾਰ ਇੱਕ USA ਦੇ ਵਿੱਚ ਯੂਬਾ ਸਿਟੀ ਦੇ ਵਿੱਚ ਬੈਠਾ ਹੋਇਆ ਬੰਦਾ ਜਿਹੜਾ ਅਮਨਦੀਪ ਸਿੰਘ ਪੂਰੇਵਾਲ ਹੈਗਾ। ਇਹ ਮਾਲੜੀ ਪਿੰਡ ਉਹ ਨੇੜੇ ਹੈਗਾ, ਉਸ ਤੋਂ ਮਾਲੜੀ ਪਿੰਡ ਦਾ ਰਹਿਣ ਵਾਲਾ ਹੈਗਾ ਤੇ ਇਸ ਦਾ ਜਿਹੜਾ ਕੀ ਆਪਰੇਟਿਵ ਇੰਡੀਆ ਦੇ ਵਿੱਚ ਗੁਰਿੰਦਰ ਸਿੰਘ ਉਰਫ ਗਿੰਦਾ, ਉਹ ਵੀ ਮਾਲੜੀ ਪਿੰਡ ਦਾ ਸੀਗਾ। ਉਹ ਸੇਮ ਵਿਲੇਜ ਜਿਹੜਾ ਜਿੱਥੇ ਪਲੇਸ ਆਫ ਅਕਰੈਂਸ ਹੈਗੀ ਉਸ ਤੇ ਕਾਫੀ ਨੇੜੇ ਪਿੰਡ ਦੇ 2 ਵਸਨੀਕ ਸੀਗੇ। ਇੱਕ USA ਦੇ ਵਿੱਚ ਬੈਠਿਆ ਸੀ। ਅਸੀਂ ਵੌਇਸ ਐਨਾਲਿਸਿਸ ਤੋਂ ਕੰਪੇਅਰ ਕਰਾ ਕੇ ਇਹ ਕਨਫਰਮ ਹੋ ਗਿਆ ਕਿ ਇਹ ਜਿਹੜੀ ਵੌਇਸ ਸੀਗੀ ਇਹ ਅਮਨਦੀਪ ਦੀ ਸੀਗੀ, ਜਿਸ ਵੌਇਸ ਤੋਂ ਐਕਸਟੋਰਸ਼ਨ ਹੋਈ ਸੀਗੀ। ਤੇ ਇਹਦੀ ਪਹਿਲੇ ਇੱਕ ਅਮਰੀਕ ਸਿੰਘ ਨਾਂ ਦਾ ਬੰਦਾ ਸੀਗਾ, ਬਠਿੰਡੇ ਡਿਸਟ੍ਰਿਕਟ ਦਾ ਰਿਹਾਇਸ਼ੀ, ਜਿਸ ਨੇ ਰੈਕੀ ਕੀਤੀ ਸੀ ਅਲੋਂਗ ਵਿਥ 1 ਸਾਜਨ। ਇਹ ਦੋਵੇਂ ਹਾਲੇ ਐਬਸਕੌਂਡਿੰਗ ਹੈਗੇ ਤੇ ਰੈਕੀ ਦੇ ਵਿੱਚ ਇੱਕ ਸਫਾਰੀ ਕਾਰ ਤੇ ਇੱਕ ਸਕੋਰਪੀਓ ਕਾਰ ਵਰਤੀ ਗਈ ਸੀਗੀ। ਸਫਾਰੀ ਕਾਰ ਰਿਕਵਰ ਹੋ ਗਈ ਹੈ, ਸਕੋਰਪੀਓ ਕਾਰ ਦੇ ਪਿੱਛੇ ਸਾਡੀ ਪੁਲਿਸ ਪਾਰਟੀ ਲੱਗੀ ਹੈ ਤੇ ਉਹ ਵੀ ਰਿਕਵਰ ਹੋ ਜਾਊਗੀ। ਟੋਟਲ 3 30 ਬੋਰ ਪਿਸਟਲਸ ਇਲੀਗਲੀ ਯੂਜ਼ ਹੋਏ ਸੀਗੇ। ਸੋ ਥੀਸ ਵੈਪਨਸ ਵਰ ਸੋਰਸਡ ਬਾਈ ਗੁਰਿੰਦਰ ਸਿੰਘ ਗਿੰਦਾ, ਜਿਹੜਾ ਮਾਲੜੀ ਪਿੰਡ ਦਾ ਸੀਗਾ। ਜਿਹੜੇ ਅਕਿਊਜ਼ਡ 5 ਜਿਹੜੇ 2 ਮੋਟਰਸਾਈਕਲਾਂ ਤੇ ਆਏ ਸੀਗੇ ਉਹਨਾਂ ਦੇ ਨਾਂ ਹੈਗੇ ਖੁਸ਼ਕਰਨ ਸਿੰਘ ਏਲੀਆਸ ਫੌਜੀ, ਆਰਓ ਵਿਲੇਜ ਨੰਗਲਾ, PS ਤਲਵੰਡੀ ਸਾਬੋ ਡਿਸਟ੍ਰਿਕਟ ਬਠਿੰਡਾ, ਇਹ ਗ੍ਰਿਫਤਾਰ ਹੋ ਗਿਆ ਹੈਗਾ। ਕਮਲਦੀਪ ਸਿੰਘ ਏਲੀਆਸ ਦੀਪ, ਆਰਓ ਪਿੰਡ ਬ੍ਰਾਹਮਣਾ ਦੀਵਾਨਾ, PS ਸਦਰ ਬਠਿੰਡਾ, ਇਹ ਵੀ ਗ੍ਰਿਫਤਾਰ ਹੋ ਗਿਆ ਹੈ। ਮੰਗਾ ਸਿੰਘ ਉਰਫ ਮੰਗਾ ਸਿੰਘ ਪਿੰਡ ਜੱਸੀਪੋ ਵਾਲੀ, PS ਕੋਟ ਫੱਤਾ ਡਿਸਟ੍ਰਿਕਟ ਬਠਿੰਡਾ, ਤਿੰਨੋਂ ਬਠਿੰਡਾ ਜ਼ਿਲ੍ਹੇ ਦੇ ਰਿਹਾਇਸ਼ੀ ਹੈਗੇ, ਗ੍ਰਿਫਤਾਰ ਹੋ ਗਏ ਹੈਗੇ। ਤੇ ਜਿਹੜੇ ਇਹ ਆਏ ਸੀਗੇ ਮੁਲਜ਼ਮ ਮੋਟਰਸਾਈਕਲ ਤੇ ਸਤਪਾਲ ਏਲੀਆਸ ਸਾਜਨ ਤੇ ਇੱਕ ਠਾਕੁਰ ਨਾਂ ਦਾ ਬੰਦਾ, ਇਹ ਦੋਵੇਂ ਐਬਸਕੌਂਡਿੰਗ ਹੈਗੇ। ਇਹ ਟੋਟਲ ਜਿਹੜੀ ਪਲੈਨਿੰਗ ਸੀਗੀ ਇੰਡੀਆ ਦੇ ਵਿੱਚ ਜਿਸ ਨੂੰ ਅੰਜਾਮ ਦਿੱਤਾ ਇਹ ਗੁਰਿੰਦਰ ਸਿੰਘ ਗਿੰਦੇ ਨੇ ਦਿੱਤੀ ਸੀ ਪਲੈਨਿੰਗ ਨੂੰ। ਇਹ ਜਿਹੜੀ ਮੋਟਰਸਾਈਕਲਾਂ ਵਰਤੀਆਂ ਗਈ ਸੀ ਇਹਦੇ ਬਾਰੇ ਵੀ ਇਹਨਾਂ ਦੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਦੇ ਵਿੱਚ ਆ ਗਿਆ ਹੈਗਾ ਤੇ ਇਹਨਾਂ ਦੀ ਡਿਸਕਲੋਜ਼ਰ ਸਟੇਟਮੈਂਟ ਤੇ ਸਾਨੂੰ ਆਸ ਹੈ ਅਸੀਂ ਛੇਤੀ ਰਿਕਵਰ ਕਰ ਲਾਂਗੇ। ये जो नकोदर में 7 नवंबर को डबल मर्डर हुआ था भूपिंदर सिंह टिमी और पंजाब पुलिस के मुलाजिम मनदीप सिंह का, उस केस को जलंधर देहाती पुलिस ने सॉल्व कर लिया है। 3 गिरफ्तारियां इस केस में करी गई हैं और जो इन्वेस्टिगेशन से प्रिलिमिनरी इन्वेस्टिगेशन से पता लगा है कि 2 एक्सटॉर्शन कॉल्स हुई थी, 1 नवंबर को और 8 नवंबर को। वॉइस एनालिसिस से और इन्वेस्टिगेशन से ये पता लगा है कि अमनदीप सिंह पूरेवाल जो कि नज़दीक के गांव मालड़ी का रहने वाला है, उसने ये कॉलें करी थी और एक्सटॉर्शन की डिमांड करी थी। जब ये मसला पुलिस के संज्ञान में लाया गया तो उसको सिक्योरिटी प्रोवाइड करी गई थी। कांस्टेबल मनदीप सिंह उनके साथ वेपन के साथ डिप्लॉय किया गया था। ये एक रेकी जो ये इसने पूरेवाल ने ऑर्गेनाइज कराई, ये 2 लोगों ने रेकी करी थी, भटिंडे का अमरीक सिंह और साजन भटिंडे का। ये दोनों एब्सकॉन्डिंग है और इसको फैसिलिटेट सारे प्लान को गुरिंदर सिंह गिंदा, ये भी मालड़ी विलेज का है और अमनदीप का काफ़ी क्लोज एसोसिएट है, इसने अरेंज किया था। एक सफारी गाड़ी और एक स्कॉर्पियो गाड़ी रेकी में यूज़ हुई थी, जिसमें से सफारी गाड़ी रिकवर हो गई है और गिंदे ने ही वेपन्स अरेंज किए थे, इलीगल वेपन्स है। ये 3 30 बोर पिस्टल अरेंज करके जिन्होंने एक्चुअली क्राइम किया उनको हैंड ओवर करे थे। ये जो क्राइम करने वाले लोग थे जिन्होंने शूट आउट को अंजाम दिया था, खुशकरण सिंह एलियास फौजी, कमलदीप सिंह एलियास दीप और मंगा सिंह, ये तीनों डिस्ट्रिक्ट भटिंडा के रहने वाले हैं और इनके साथ 2 और लोग सतपाल और साजन और ठाकुर, ये भी एब्सकॉन्डिंग है। एक 30 बोर का वेपन रिकवर हुआ है और एक सफारी गाड़ी अभी रिकवर हुई है। इसमें जो देखने वाली बात है कि
इस ग्रुप का किसी भी नॉन क्रिमिनल गैंग से कोई लिंक नहीं पाया गया। और एक नया ही जिसका सूत्रधार ये बैठा हुआ यूएस बैठा हुआ आदमी था। और गिनता ये तकरीबन सभी जो एक्चुअल शूटर्स हैं इनकी ये 18-19 साल की 20 साल की एज ग्रुप के हैं। और ये जो हैंडलर्स थे इनकी एज ये अर्ली 30s में है, मैच्योर्ड एज ग्रुप के हैं। Jalandhar Rural Police has worked out the double murder case which took place in Nakodar on November 7th at around 8:30 p.m. With the arrest of 3 shooters involved in the case. The preliminary investigation has disclosed that extortion calls on November 1st and November 8th were made by one Amandeep Singh, who is sitting in Yuba City, California, and who's originally from village Malari, which is nearby in district Jalandhar. The key associate of Amandeep was Gurinder Singh Ginda, also resident of the same village, and these two were the masterminds of the plan, and they had engaged 5 other persons who ultimately went into motorcycles for the attack on Bhupinder Singh Tini. Before the attack, recce was conducted by 2 persons, one Amrik Singh who is absconding and one Sajan, he is also absconding, both resident of district Bhatinda. One Scorpio car and one Safari car were used in the recce. The Safari car has been recovered. 3 30-bore pistols illegally sourced by Ginda were handed over to this module for executing the crime. The 5 persons involved in the shootout are Pushkaran Singh alias Fauji, Kamaldeep Singh alias Deep, Manga Singh, Satpal and Thakur. Out of these 5, 3 have been arrested. Pushkaran Singh Fauji, Kamaldeep Singh Deep and Manga Singh have been arrested. The 130-bore pistol has been recovered. Disclosure statement has disclosed that the 2 motorcycles have been thrown in a flowing canal and they are likely to be recovered soon. And one noteworthy thing about this module is that it is not connected to any organized criminal gang, and it seems to have, they have sort of hashed the plan by at their own level. And because I think they were located very, very close to the deceased, where the deceased was living, and so I'll request for any questions. सर, ये जो आपने बताया कि नया गैंग है, ये कुछ किसी के साथ संपर्क में थे या अपना प्राइवेट इन्वेस्टिगेशन में कुछ सामने आया कि अपना अभी से ये कुछ जमाना चाहते थे पंजाब में रंगदारी या टाइप इस तरह? जी नया, इसीलिए मैंने इनफैक्ट अपनी पिछली प्रेस कॉन्फ्रेंसों में भी कहा है कि लोगों को मैंने अपील करी थी कि आप खुल के सामने आए। आपको कॉल्स आती हैं, तकरीबन ये लोकल लोग होते हैं कि नाम ये दूसरे गैंगस्टर्स का ले लेते हैं। 90% ये जो कॉल्स हैं या फेक होती हैं या लोकल लोग होते हैं जो चाहते हैं कि चलो हम भी एक्सटॉर्शन कर लेंगे, वेरीफाई नहीं होता। गौरव जी, ਇਹ ਜਿਹੜਾ ਕਿ ਬਹੁਤ ਬਾਰ-ਬਾਰ ਗੱਲ ਆ ਰਹੀ, ਜਿਨ੍ਹਾਂ ਨੂੰ ਸੀ ਥ੍ਰੈਟ ਆਂਦੀ ਆਪਾਂ ਸਿਕਿਉਰਿਟੀ ਪ੍ਰੋਵਾਈਡ ਕਰਦੇ ਆ, ਉਹ ਸਿਕਿਉਰਿਟੀ ਦੇ ਵਿੱਚ ਹੀ ਜਿਹੜੀ ਵਾਰਦਾਤ ਹੁੰਦੀ ਹੈ ਤੇ ਕਈ ਘਟਨਾ ਵਾਪਰੀਆਂ ਨੇ ਤੇ ਉਹ ਕਾਮਯਾਬ ਹੋਏ ਨੇ। ਜਿਸ ਤਰ੍ਹਾਂ ਇਹ ਗੈਂਗ ਹੈਗੇ ਨੇ, ਇਹ ਗੈਂਗ ਦੀ ਆਪੋਜ਼ਿਟ ਜੋ ਵੀ ਇਹਨਾਂ ਦੀ ਪਿੱਛੇ ਨਵਾਂ ਗੈਂਗ ਆਇਆ, ਲੇਕਿਨ ਤੁਸੀਂ ਕਿਵੇਂ ਟੈਕਲ ਕਰੋਗੇ? ਆਪਾਂ ਥ੍ਰੈਟ ਆਉਂਦੀ ਹੈ, ਅਸੀਂ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕਰਦੇ ਹਾਂ, ਉਹ ਤੋਂ ਬਾਅਦ ਕਿੱਥੇ ਕੋਈ ਕਮੀ ਰਹਿੰਦੀ ਜਿੱਥੇ ਕਰਕੇ ਉਹ ਨਾ ਵਾਰਦਾਤ ਕਰ ਦਿੰਦੇ ਜਾਂ ਆਪਾਂ ਕੁਝ ਟਰੈਕ ਕਰਨ ਚ ਆਪਾਂ नहीं, ਤੁਹਾਡੀ ਗੱਲ ਠੀਕ ਹੈ ਜੀ। ਮੈਂ ਇਸ ਤੇ ਕਲੈਰੀਫਾਈ ਕਰਦਾ ਬਾਜਵਾ ਜੀ ਕਿ ਦੇਖੋ, ਸਭ ਤੋਂ ਪਹਿਲੇ ਤਾਂ ਇਸ ਪਾਰਟਿਕੂਲਰ ਕੇਸ ਦੀ ਗੱਲ ਕਰੋ ਤਾਂ ਬਹੁਤ ਬਹਾਦਰੀ ਤੇ ਹਿੰਮਤ ਨਾਲ ਉਸਨੇ ਮੁਕਾਬਲਾ ਕੀਤਾ। ਰੈਦਰ ਇਹਨਾਂ ਨੇ, ਮੈਂ ਦੱਸਾਂਗਾ ਐਸਐਸਪੀ ਸਾਹਿਬ ਨੂੰ ਰਿਕਵੈਸਟ ਕਰਾਂਗਾ ਹੋਰ ਡਿਟੇਲਸ ਦੱਸਣਗੇ ਕਿ ਇਹਨਾਂ ਨੂੰ ਸਪੈਸੀਫਿਕ ਇੰਸਟਰਕਸ਼ਨਸ ਸੀ ਕਿ ਪੁਲਿਸ ਨਾਲ ਹੋਵੇ ਤੇ ਪੁਲਿਸ ਤੇ ਗੋਲੀ ਨਹੀਂ ਚਲਾਣੀ ਹੈ, ਕਿਉਂਕਿ ਫਿਰ ਪੰਗਾ ਵੱਧ ਜਾਂਦਾ ਹੈ। ਪਰ ਇਹ ਜਿਹੜੇ ਮੁਲਜ਼ਮ ਹੈਗੇ, ਇਹਨਾਂ ਨੇ ਕਿਹਾ ਕਿ ਵੀ ਚੂੰਕਿ ਸਾਡੇ ਤੇ ਗੋਲੀਆਂ ਚੱਲ ਰਹੀ ਸੀ, ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ। ਸੋ ਇਨ ਦਿਸ ਪਾਰਟਿਕੂਲਰ ਕੇਸ ਇੱਕ ਬਹੁਤ ਡਟ ਕੇ ਮੁਕਾਬਲਾ ਕੀਤਾ ਗਿਆ ਤੇ ਸਰਟਨ ਅਦਰ, ਮੈਂ ਜਨਰਲਾਈਜ਼ ਨਹੀਂ ਕਰ ਰਹਾ, ਕਿਤੇ ਪੁਲਿਸ देयर हैव बीन ਪੁਲਿਸ हैज नॉट बीन अप टू द मार्क। ਕਈ ਕੇਸਾਂ 'ਚ ਕਾਫੀ ਅੱਛਾ ਐਕਸ਼ਨ ਹੋਇਆ। ਅਸੀਂ ਓਵਰਆਲ ਮੈਂ ਬਹੁਤ ਜ਼ਿਆਦਾ, ਕਿਉਂਕਿ ਸਿਕਿਉਰਿਟੀ ਨਹੀਂ ਜੀ, ਨਹੀਂ ਮੈਨੂੰ ਗੱਲ ਬਾਜਵਾ ਜੀ, ਮੈਂ ਅਸੀਂ ਇਹਦੇ ਵਿੱਚ ਨਾ ਬੇਸਿਕਲੀ ਜਿਹੜੇ ਦੇਖੋ ਇਹਦੇ 2 ਤਰੀਕੇ ਹੈਗੇ। ਇੱਕ ਤੇ ਪ੍ਰੋਐਕਟਿਵ ਪੁਲਿਸਿੰਗ ਨਾਲ ਜਿਹੜੀਆਂ ਟਾਈਮ ਹੈ, ਜਦੋਂ ਇਹ ਗੱਲ ਸ਼ੁਰੂ ਹੁੰਦੀ ਹੈ, ਜਦੋਂ ਸਾਨੂੰ ਲੋਕਾਂ ਦਾ ਸਹਿਯੋਗ ਮਿਲਦਾ ਹੈ, ਲੋਕਾਂ ਤੋਂ ਸਾਨੂੰ ਰਿਪੋਰਟਿੰਗ ਹੁੰਦੀ ਕਾਲਾਂ ਦੀ, ਉਸ ਤੋਂ ਬਾਅਦ ਇਹਨੂੰ ਟੈਕਨੀਕਲ ਤੌਰ ਤੇ ਇਨਵੈਸਟੀਗੇਟ ਕਰਕੇ ਕਿ ਕਾਲਾਂ ਜਿਹੜੀਆਂ ਟਰੇਸ ਕਰਨੀ ਚਾਹੀਦੀਆਂ। ਅਸੀਂ ਕਈ ਗੈਂਗਸ ਇੱਦਾਂ ਦੇ, ਤੁਹਾਨੂੰ ਯਾਦ ਹੈ ਅੰਮ੍ਰਿਤਸਰ ਦੇ ਵਿੱਚ ਕੁਝ ਡਾਕਟਰ ਸੀਗੇ, ਉਹਨਾਂ ਨੂੰ ਐਕਸਟੋਰਸ਼ਨ ਕਾਲਸ ਆ ਰਹੀ ਸੀ, ਅਸੀਂ ਟਰੇਸ ਕੀਤਾ ਤੇ ਉਹ ਬਿਹਾਰ ਤੋਂ ਕਾਲਾਂ ਆ ਰਹੀ ਸੀ। ਮੈਂ ਐਗਜ਼ਾਮਪਲ ਦੇ ਰਿਹਾ। ਸੋ ਦਾ ਥਿੰਗ ਇਜ਼ ਕਿ ਇਹਨਾਂ ਨੂੰ, ਤੁਹਾਡੀ ਗੱਲ ਠੀਕ ਹੈ ਕਿ ਅਸੀਂ ਹਰ ਬੰਦੇ ਨੂੰ ਸਿਕਿਉਰਿਟੀ ਪ੍ਰੋਵਾਈਡ ਨਹੀਂ ਕੀਤੀ ਜਾ ਸਕਦੀ ਹੈ। ਇਸ ਨੂੰ ਟਰੇਸ, ਹਰ ਜਿਹੜਾ ਕੇਸ ਰਿਪੋਰਟ ਹੋਵੇ ਉਹ ਟਰੇਸ ਕੀਤਾ ਜਾਵੇ, ਬੰਦੇ ਫੜੇ ਜਾਣ, ਸੋ ਦੈਟ ਡੈਟਰੈਂਸ ਇਜ਼ ਦੇਅਰ ਕਿ ਇਹ ਜਿਹੜੇ ਕਾਲ ਕਰਨਗੇ ਉਹਨਾਂ ਦੀ ਖੈਰ ਨਹੀਂ, ਦੇ ਵਿਲ ਬੀ ਡੈਲਟ ਸਟ੍ਰਿਕਟਲੀ ਐਜ਼ ਪਰ ਲਾਅ।
ਸਰ ਬੀਜੇਪੀ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਪਿੰਡ ਸੇਮ ਸੀਗਾ, ਇਹ ਕਿਹੜਾ ਪਿੰਡ ਸੀ ਤੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਉੱਤੇ ਯੂਐਸਏ ਦੀ ਗੱਲ ਹੋਈ ਸੀ ਇਹਨਾਂ ਦੀ ਆਪਸ ਦੇ ਵਿੱਚ? ਨਹੀਂ, ਪਿੰਡ ਸੇਮ ਨਹੀਂ ਸੀਗਾ, ਨੇੜੇ ਦੇ ਪਿੰਡ ਦਾ ਸੀ। ਮਤਲਬ ਇਹ ਜਿਹੜੀ ਹਾਲੇ ਇਨਵੈਸਟੀਗੇਸ਼ਨ, ਕਿਉਂਕਿ ਉਹ ਨਕੋਦਰ ਚ ਸੀਗੇ, ਜਿਹੜੇ ਡਿਸੀਜ਼ਡ ਟਿਮੀ ਜੀ ਸੀਗੇ, ਤੇ ਇਹਨਾਂ ਦਾ ਪਿੰਡ ਨਕੋਦਰ ਦੇ ਨੇੜੇ। ਤੁਸੀਂ ਬੋਲੋ। ਇੱਥੇ ਨਕੋਦਰ ਪਿੰਡ ਜਿਹੜਾ ਮਾਲੜੀ ਜਿਹੜਾ ਹੈਗਾ, ਇਹ ਮਾਲੜੀ ਪਿੰਡ ਇੱਕ ਬੜਾ ਵੱਡਾ ਗੁਰਦੁਆਰਾ ਸਾਹਿਬ ਹੈਗਾ। ਉੱਥੇ ਟਿੰਮੀ ਜਿਹੜਾ ਹੈਗਾ ਰੈਗੂਲਰਲੀ ਉੱਥੇ ਜਾਂਦਾ ਸੀ। ਇਹਦੇ ਕੋਲ ਗੱਡੀਆਂ ਵੀ 2-3 ਸੀਗੀਆਂ ਤੇ ਉਹਨੇ ਤੈਅ ਕੀਤਾ ਹਰ ਗੱਡੀ ਦਾ ਨੰਬਰ 25 ਨੰਬਰ ਗੱਡੀ ਯੂਜ਼ ਕਰਦਾ ਸੀਗਾ। ਤੇ ਉਹਨੂੰ ਲੱਗਾ ਕਿ ਇਹ ਸਾਮੀ ਵੱਡੀ ਹੋ ਸਕਦੀ ਹੈ, ਕਦੀ ਸਥਾਨ ਤੇ ਆਉਂਦਾ ਸੀ, ਕਦੀ ਆਪਣੇ ਪੁਰਾਣੀ ਮਰਸੀਡੀ ਸੀ ਇਸ ਕੋਲ, तो 25 ਕਰਕੇ ਉਹ ਉਹਨਾਂ ਨੇ ਇਹਨੂੰ ਟਾਰਗੇਟ ਲਾ ਲਿਆ। ਇਸ ਵਾਸ ਦ ਰੀਜ਼ਨ। ਕਈ ਕੇਸਿਸ ਇਸ ਤਰ੍ਹਾਂ ਦੇ ਦੇਖੇ ਗਏ ਨੇ ਕਿ ਵੱਡੇ ਜਿਹੜੇ ਕਾਰੋਬਾਰੀ ਨੇ, ਰਸੂਖਦਾਰ ਨੇ ਜਾਂ ਫਿਰ ਵੱਡੇ ਜਿਹੜੇ ਹੈਗੇ, ਉਹਨਾਂ ਨੂੰ ਇਸ ਤਰ੍ਹਾਂ ਦੀ ਕਾਲ, ਜਿਹੜੀ ਫੈਕ ਕਾਲਸ ਆਉਂਦੀ। ਹਾਲਾਂਕਿ ਤੁਸੀਂ ਵੀ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਇਸ ਤਰ੍ਹਾਂ ਦੀ ਚੀਜ਼ਾਂ ਆਏ ਜਾਂ ਫਿਰ ਕਾਲਸ ਆਏ ਜਾਂ ਫਿਰ ਵਿਦੇਸ਼ੀ ਨੰਬਰਾਂ ਤੋਂ ਕਾਲਸ ਆਏ, ਉਹਨਾਂ ਨੂੰ ਤੁਸੀਂ ਜਲਦ ਤੋਂ ਜਲਦ ਕਰਾਓ। ਲੇਕਿਨ ਇਹ ਕਈ ਵਾਰ ਹੁੰਦਾ ਹੈ ਕਿ ਲੋਕੀ ਕਈ ਵਾਰ ਡਰ ਕੇ ਨਹੀਂ ਦੱਸਦੇ, ਜਾਂ ਇਸ ਤਰ੍ਹਾਂ ਦਾ ਜਿਹੜੇ ਕੋਈ ਹੋ ਰਿਹਾ ਲਾਅ ਐਂਡ ਆਰਡਰ ਜਿਹੜਾ ਹੈਗਾ ਸਿਚੁਏਸ਼ਨ ਜਿਹੜੀ ਪੰਜਾਬ 'ਚ ਚੱਲ ਰਹੀ ਹੈ, ਯੂ ਨੋ ਬੈਟਰ, ਤਾਂ ਕਿਤੇ ਨਾ ਕਿਤੇ ਡਰ ਦਾ ਮਾਹੌਲ ਵੀ ਜ਼ਰੂਰ ਜਿਹੜਾ ਸਰ ਦੇਖਣ ਨੂੰ ਮਿਲਦਾ। ਦੇਖੋ, ਅਸੀਂ ਆਹੀ ਮੈਂ ਕਹਿੰਦਾ ਅਪੀਲ ਕਰਦਾ ਵੀ ਲੋਕਾਂ ਦੇ ਨਾਲ ਅਸੀਂ ਮਿਲ ਕੇ ਇਸ ਮਾਹੌਲ ਨੂੰ ਸੁਖਾਵਾਂ ਬਣਾਵਾਂਗੇ ਕਿ ਪੀਪਲ ਸ਼ੁੱਡ ਹੈਵ ਦਾ ਕੌਨਫੀਡੈਂਸ ਟੂ ਕਮ ਐਂਡ ਰਿਪੋਰਟ ਟੂ ਦਾ ਪੁਲਿਸ। ਹਰ ਕੇਸ ਦੇ ਵਿੱਚ ਅਸੀਂ ਐਕਸ਼ਨ ਲਾਂਗੇ ਤੇ ਜਿਹੜਾ ਬੰਦਾ ਵੀ ਕਾਲ ਕਰਦਾ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਮੌਰੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਕੋਲ ਕਰਵਾਲਵਾ ਤੇ ਪਿਸਟਲ ਤੁਸੀਂ ਕਵਰ ਕਾਫੀ ਕਰ ਰਹੇ ਹੋ, ਰੂਟੀਨ ਚ ਕਰਦੇ ਵੀ ਆ ਰਹੇ ਹੋ। ਇਹ ਕੀ ਕਾਰਨ ਹੈ ਕਿ ਜਿਹੜਾ ਇਹਨਾਂ ਨੂੰ ਈਜ਼ੀ ਅਪਰੋਚ ਹੋ ਰਹੀ ਹੈ, ਜਿਹੜੇ ਇਲੀਗਲ ਵੈਪਨ ਦੇ ਕੋਲ ਜਾਣਾ, ਕੀ ਜਿਹੜੀ ਮਾਰਕੀਟ ਇਦਾਂ ਦੀ ਹੈ ਕਿ ਜਿਹਨੂੰ ਜੇ ਨਵੇਂ ਗਿਆ ਹੈ ਇਨੋਕਲ ਵੈਪਨ ਵੀ ਜਾਂ ਜਿਹੜੇ ਕੋਈ ਵੀ ਆਉਂਦਾ ਈਜ਼ੀ ਵੈਪਨ ਤੋਂ ਰੀਚ ਹੈਗੀ, ਕਿਉਂ ਕਿੱਦਾਂ ਹੋ ਰਿਹਾ? ਦੇਖੋ ਜੀ, ਬੇਸਿਕਲੀ ਦੋ ਰੀਜ਼ਨਸ ਹੈਗੇ। ਇੱਕ ਤੇ ਜਿਵੇਂ ਅਸੀਂ ਗੱਲ ਕਰੀਏ 2019 ਦੇ ਵਿੱਚ ਜਦੋਂ ਡਰੋਨਸ ਸ਼ੁਰੂ ਹੋਏ ਸੀਗੇ ਤੇ 3-4 ਦਿਨਾਂ 'ਚ 5 ਦਿਨਾਂ ਬਾਅਦ ਇੱਕ ਡਰੋਨ ਆਉਂਦਾ ਸੀ। ਹੁਣ ਤਕਰੀਬਨ ਹਰ ਦਿਨ ਇੱਕ ਡਰੋਨ ਆਉਂਦਾ। ਇਸ ਸਾਲ ਹੀ 250 ਤੋਂ ਵੱਧ ਡਰੋਨ ਕ੍ਰਾਸਿੰਗਸ ਹੋ ਗਈਆਂ। ਇੱਕ ਪਾਕਿਸਤਾਨ ਤੋਂ ਜਿਹੜੇ ਵੈਪਨਸ ਆਉਂਦੇ ਨਾਰਮਲੀ ਦੇ ਗੋ ਟੂ ਟੈਰਰਿਸਟ ਜਾਂ ਜਿਹੜੇ ਗੈਂਗਸਟਰਸ ਹੈਗੇ, ਜਿਹੜੇ ਟੈਰਰਿਜ਼ਮ ਦੇ ਵਿੱਚ ਹੈਗੇ, ਜਿਹੜੇ ਇਸ ਤਰ੍ਹਾਂ ਦੇ ਕ੍ਰਾਈਮ ਹੈ। ਮੋਸਟਲੀ ਮੱਧ ਪ੍ਰਦੇਸ਼ ਹੈਜ਼ ਬੀਨ ਅ ਬਿਗ ਸੈਂਟਰ। ਅਸੀਂ 80 ਵੈਪਨ ਰਿਕਵਰ ਕੀਤੇ, ਕਿਤੇ 60 ਵੈਪਨ ਰਿਕਵਰ ਕੀਤੇ। ਤੇ ਇਲੀਗਲ ਵੈਪਨ ਜਿਹੜੇ ਇੰਡੀਆ ਦੇ ਵਿੱਚ ਬਣ ਰਹੇ ਉਹ ਵੀ ਯੂਜ਼ ਹੁੰਦੇ ਆ। ਈਵਨ ਲਾਇਸੈਂਸਡ ਵੈਪਨਸ ਆਰ ਬੀਇੰਗ ਯੂਜ਼ਡ। In this, there have been 3 arrests: Pushkaran, Kamaldeep, and Manga. The mastermind is Amandeep. RPG attack ਦੇ ਵਿੱਚ ਦੇਖੋ ਜੀ, RPG attack ਦੇ ਵਿੱਚ I would मतलब ਤੁਹਾਨੂੰ ਨਾ ਛੇਤੀ ਮਿਲਣ ਦਾ ਮੌਕਾ ਮਿਲੂਗਾ। ਸੋ ਉਸ ਤੇ ਵੱਖਰੀ ਪ੍ਰੈਸ ਕਾਨਫਰੰਸ ਕਰਾਂਗੇ ਜੀ। ਅਜੇ ਤੱਕ ਸਰ ਕੀ ਡਿਵੈਲਪਮੈਂਟ ਹੈ ਬਹੁਤ ਅਚੀਵਮੈਂਟ ਹੈ, ਤੁਸੀਂ ਬੜੇ ਦਿਨਾਂ ਚ ਫੜਦੇ ਹੋ, ਪਰ ਲੇਕਿਨ ਇਹਨਾਂ ਸਭ ਚਾਹੁੰਦੇ ਨੇ ਨਹੀਂ, ਮੈਂ ਬੇਨਤੀ ਕਰਦਾ ਨਹੀਂ, ਮੈਂ ਇਹਨਾਂ ਦਾ ਆਰਪੀਜੀ ਦੇ ਟੈਗ ਜਿਹੜਾ ਹੋਇਆ ਹੈ, ਆਰਪੀਜੀ ਅਟੈਕ ਇਹ ਜਿਹੜਾ ਤੁਸੀਂ ਇਹਨੂੰ ਜਿਹੜੇ ਬੰਦੇ ਸੁਖਬੀਰ ਜੀ, ਕਿਹੜਾ ਹੈਗਾ, ਮੈਂ ਦੱਸਦਾ। ਦੇਖੋ ਜੀ, ਦੇਖੋ ਮੇਰੀ ਜਿਹੜੀ ਸਰਹਾਲੀ ਆਰਪੀਜੀ ਹੈਗੀ ਨੇ, ਮੈਨੂੰ ਬੋਲਣ ਦਿਓ ਸੁਖਬੀਰ ਜੀ। ਦੇਖੋ ਜੀ, ਮੈਂ ਦੁਬਾਰਾ ਤੁਹਾਨੂੰ ਲੈ ਕੇ ਜਾਵਾਂਗਾ। ਜਿਹੜੀ ਮੇਰੀ ਸਰਹਾਲੀ ਪ੍ਰੈਸ ਕਾਨਫਰੰਸ ਹੋਈ ਸੀ ਉਸ ਦੇ ਵਿੱਚ ਮੈਂ 2 ਗੱਲਾਂ ਕਹੀਆਂ ਸੀ। ਅਸੀਂ ਜਿਵੇਂ ਨਾ ਸਾਡੇ ਜਿਵੇਂ ਐਕਰੋਨਿਮਸ ਹੁੰਦੇ ਆ, ਮੈਂ 2 ਐਕਰੋਨਿਮ ਯੂਜ਼ ਕੀਤੇ ਸੀ ਵੀ PIO ਐਂਡ PKEs। PIO ਹੁੰਦੇ ਜੀ ਪਾਕਿਸਤਾਨ ਇੰਟੈਲੀਜੈਂਸ ਆਫਿਸਰ ਨੂੰ ਅਸੀਂ PIO ਕਹਿੰਦੇ ਆ। ਜਿਹੜੇ ਪਾਕਿਸਤਾਨ 'ਚ ਬਹਿ ਕੇ ਜਿਹੜੇ ਹੈਗੇ ਅੱਗੇ ਕੰਟਰੋਲ ਕਰਦੇ ਆ, ਜਿਹੜੇ ਮੋਡਿਊਲ ਯੂਰਪ 'ਚ ਨਾਰਥ ਅਮਰੀਕਾ 'ਚ ਬੈਠੇ, ਉਹਨਾਂ ਨੂੰ ਅਸੀਂ PKE ਕਹਿੰਦੇ ਆ, ਪ੍ਰੋ ਖਾਲਿਸਤਾਨੀ ਐਲੀਮੈਂਟਸ। ਸੋ ਪ੍ਰੋ ਖਾਲਿਸਤਾਨੀ ਐਲੀਮੈਂਟਸ ਉਹ ਆਪਾਂ ਹੈਂਡਲਰ ਕਹਿ ਦਿੰਦੇ ਕਾਮਨ ਟਰਮੀਨੋਲੋਜੀ 'ਚ, ਵੀ ਉਹਨਾਂ ਨੂੰ ਆਰਡਰ ਆਉਂਦਾ ਪਾਕਿਸਤਾਨ ਤੋਂ। ਉਹ ਉਰੇ ਜਿਹੜੇ ਮੋਡਿਊਲ ਆਪਰੇਟਰਸ ਜਿਹੜੇ ਇੱਥੇ ਹੈਗੇ, ਯੰਗ ਪੀਪਲ ਮਿਸਗਾਈਡਡ ਜਾਂ ਇਹਨਾਂ ਨੂੰ ਪੈਸਿਆਂ ਦਾ ਪ੍ਰਲੋਭਨ ਦੇ ਕੇ ਉਹਨਾਂ ਤੋਂ ਇਹ ਆਪਰੇਸ਼ਨ ਕਰਾਉਂਦੇ ਆ। ਜਿਹੜਾ ਹਾਰਡਵੇਅਰ ਹੈਗਾ ਉਹ ਇੰਟਰਨੈਸ਼ਨਲ ਬਾਰਡਰ ਤੋਂ ਆ ਜਾਂਦਾ ਤੇ ਉਸ ਤੇ ਸਾਡੀ ਕਾਫੀ ਪ੍ਰੋਗਰੈਸ ਹੋਈ ਹੈ, ਬਟ ਇਨਵੈਸਟੀਗੇਸ਼ਨ ਐਡਵਾਂਸ ਸਟੇਜ ਤੇ। ਸੋ ਛੇਤੀ ਅਸੀਂ ਤੁਹਾਡੇ ਨਾਲ ਰਾਬਤਾ ਕਰਾਂਗੇ। And is the mastermind identified? Who is the mastermind behind this? Either Pakistan or in Canada? Mastermind is identified, but I cannot speak on that because anything that compromises national security, मैं उस पे गल नहीं करूँगा। ਇਹ ਆਰਪੀਜੀ ਸਾਰੇ ਦੇਖੋ, ਇਹ ਉਹਨਾਂ ਟਾਰਗੇਟ ਚੁਣਿਆ ਕਿਉਂ? ਕਿਉਂਕਿ ਦੇਖੋ ਕਿੱਥੇ ਪਹਿਲਾਂ ਮੋਹਾਲੀ, ਫਿਰ ਤੁਸੀਂ ਤਰਨਤਾਰਨ ਚਲੇ ਗਏ, ਫਿਰ ਬਾਰ-ਬਾਰ ਆ ਰਹੀ ਆਰਪੀਜੀ, ਕਿਉਂਕਿ ਵਨ ਟਾਈਮ ਤੁਸੀਂ ਯੂਜ਼ ਤੋਂ ਪੜਦੇ ਪਿਆ ਸੋਸ਼ਲ ਮੀਡੀਆ ਤੇ, ਵਨ ਟਾਈਮ ਯੂਜ਼ ਹੁੰਦਾ। ਸਰ ਕੌਣ ਇਹ ਕਿੱਦਾਂ ਦੀ ਵੈਪਨ, ਉਹ 3 ਨਹੀਂ 4 ਹੈ, ਕਿਉਂਕਿ ਪਹਿਲਾਂ ਕਹਿੰਦੀ 4-5 ਅਵੇਲੇਬਲ ਨੇ ਜੋ ਆ ਚੁੱਕੇ ਨੇ, ਹੁਣ ਤੇ ਯੂਜ਼ ਹੋ ਗਏ 2 ਹੋ ਗਏ। ਸਰ ਇਦਾਂ ਦੇ ਹੋਰ ਵੀ ਜਿਹੜੇ ਪੱਕੇ ਹੈਗੇ ਨੇ ਕਿ ਬਾਕੀ 4 ਨੇ 5 ਨੇ ਜਾਂ ਕੁਝ ਸਰ ਗਵਰਨਮੈਂਟ ਦੀ ਬਿਲਡਿੰਗਾਂ ਨੂੰ ਇਸਤੇਮਾਲ ਕਰਦੇ? ਦੇਖੋ ਜੀ, ਮੈਂ ਤੇ ਕਿਹਾ ਸੀਗਾ ਵੀ ਬੁਜ਼ਦਿਲੀ ਹੈਗੀ, ਤੁਸੀਂ ਅੱਧੀ ਰਾਤ ਨੂੰ ਲੁੱਕ ਕੇ
ਲੁੱਕ ਕੇ ਕਿਤੇ ਆਰਪੀਜੀ ਸਾਹਮਣੇ ਤੇ ਆਓ ਨਾ ਜੀ। ਸਰ ਇੱਕ ਮੋਗਾ ਤੋਂ ਸੀਸੀਟੀਵੀ ਆ ਰਹੀ ਹੈ ਸਾਹਮਣੇ, ਉੱਤੇ ਇੱਕ ਵਪਾਰੀ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ ਐਕਸਟੋਰਸ਼ਨ ਮੰਗੀ ਜਾਂਦੀ ਹੈ। ਉਸ ਤੋਂ ਬਾਅਦ ਉਹ ਸੀਸੀਟੀਵੀ ਦੇ ਵਿੱਚ ਬਲੈਰੋ ਗੱਡੀ ਪੁਲਿਸ ਖੜੀ ਹੈ, ਇੱਕ ਸਿਕਿਉਰਿਟੀ ਗਾਰਡ ਵੀ ਗਨਮੈਨ ਵੀ ਖੜਾ ਹੈਗਾ, ਪਰ ਸ਼ੂਟਰ ਆਉਂਦੇ ਨੇ, ਨਾਲੇ ਉਹ ਖੜਾ ਸਿਕਿਉਰਿਟੀ ਗਾਰਡ, ਪਰ ਉਹ ਸ਼ੂਟਰ ਆਉਂਦੇ ਨੇ ਤੇ ਫਾਇਰ ਕਰਕੇ ਕੋਠੀ ਦੇ ਉੱਪਰ ਉਹ ਚਲੇ ਜਾਂਦੇ ਨੇ ਤੇ ਕੋਈ ਵੀ ਐਫਰਟ ਨਹੀਂ ਲਈ ਜਾਂਦੀ। ਤਾਂ ਤੁਹਾਨੂੰ ਕੀ ਲੱਗਦਾ ਪ੍ਰੋਐਕਟਿਵ ਨਹੀਂ ਹੋਣਾ ਚਾਹੀਦਾ ਜਿਸ ਹਿਸਾਬ ਨਾਲ ਇਹਨੇ ਮੋਡਰੇਟਰ ਨਹੀਂ ਬਿਲਕੁਲ ਠੀਕ ਹੈ ਜੀ, ਸਾਨੂੰ ਪ੍ਰੋਐਕਟਿਵ ਸਾਡੀ ਇਹੀ ਕੋਸ਼ਿਸ਼ ਹੈ ਰੈਦਰ ਨਾ ਜੀ ਅਸੀਂ ਇਹਨਾਂ ਰੈਦਰ ਦੈਨ ਬੀਇੰਗ ਐਫਰਟਲੈਸ। ਤਾਂ ਨੋ ਜੀ ਦੇਖੋ ਜੀ ਗਨਮੈਨ ਨੇ ਕੋਈ ਇਹ ਨਹੀਂ ਕੀਤਾ ਕਿ ਕੁਝ ਦੇਖ ਕੇ ਕੋਈ ਭੱਜੇ ਜਾਂ ਕੋਈ ਹਵਾਈ ਫਾਇਰਿੰਗ ਕਰਦੇ, ਕੁਝ ਨਹੀਂ, ਔਰ ਨਾਰਮਲ ਖੜਾ ਹੈ ਤੇ ਉਵੇਂ ਹੀ ਫਾਇਰ ਮਾਰ ਕੇ ਚਲੇ ਗਿਆ। ਕਾਰਵਾਈ ਹੋਏਗੀ। ਦੇਖੋ ਜੀ ਸਿਕਿਉਰਿਟੀ ਮੈਟਰਸ ਨੂੰ ਅਸੀਂ ਪਬਲਿਸਾਈਜ਼ ਨਹੀਂ ਕਰਦੇ, ਅਦਰਵਾਈਜ਼ ਅਸੀਂ ਬਹੁਤ ਵੱਡੀ ਐਕਸਰਸਾਈਜ਼ ਕੀਤੀ ਹੈ ਪਿਛਲੇ 2 ਮਹੀਨਿਆਂ ਦੇ ਵਿੱਚ ਕਿ ਅਸੀਂ ਇੱਕ ਤੇ ਜਿਹੜੇ ਸਿਕਿਉਰਿਟੀ ਡਿਊਟੀ ਤੇ ਮੁਲਾਜ਼ਮ ਸਾਡੇ ਲੱਗੇ ਹੈ ਇਹਨਾਂ ਦੀ ਏਜ ਪ੍ਰੋਫਾਈਲ ਘਟਾਉਣ ਲਈ ਅਸੀਂ ਜਿਹੜੀ ਯੰਗਰ ਸਾਡੀ ਫੋਰਸ ਹੈਗੀ ਅਸੀਂ ਰੋਟੇਸ਼ਨ ਕਾਫੀ ਕੀਤੀ ਹੈ। ਸੈਕੰਡਲੀ ਅਸੀਂ ਸਾਰਿਆਂ ਦੀ 100% ਦੀ ਫਾਇਰਿੰਗ ਕਰਾ ਰਹੇ ਹੈਗੇ, ਫਾਇਰਿੰਗ ਪ੍ਰੈਕਟਿਸ ਕਰਾ ਰਹੇ ਹੈਗੇ, ਇਹਨਾਂ ਦੇ ਵੈਪਨਸ ਦੀ ਇਨਸਪੈਕਸ਼ਨ ਕਰਾ ਕੇ ਵੈਪਨਸ ਅਸੀਂ ਰਿਪਲੇਸ ਕਰ ਰਹੇ ਹੈਗੇ ਤੇ ਕਾਫੀ ਇੰਪਰੂਵਮੈਂਟ ਹੋਈ ਹੈਗੀ। ਤੇ ਜਿੱਥੇ ਵੀ ਸਾਨੂੰ ਵੀਕਨੈਸ ਲੱਗਦੀ ਅਸੀਂ ਕਾਰਵਾਈ ਕਰਾਂਗੇ। ਦੇਖੋ ਜਿੱਥੇ ਹੁਣ ਦੇਖੋ ਚੰਗਾ ਕੰਮ ਮਨਦੀਪ ਨੇ ਚੰਗਾ ਕੰਮ ਕੀਤਾ, ਬਹੁਤ ਦਲੇਰੀ ਨਾਲ ਇਹਨੇ ਮੁਕਾਬਲਾ ਕੀਤਾ। ਫੜਿਆ ਗਿਆ ਕੀ ਸਟੇਟਸ ਹੈ ਉਸਦਾ ਕਿ ਨੋ ਕਮੈਂਟ ਔਨ ਗੋਲਡੀ ਬਰਾੜ। ਸਰ ਬਾਰ-ਬਾਰ ਪੁਲਿਸ ਸਟੇਸ਼ਨ ਨੇ ਸਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਤੋੜ ਹੋਈ ਹੈ, ਕੁਰਸੀਆਂ ਦੀ, ਔਰ ਅੱਜ ਕੁਝ ਉੱਤੇ ਇੱਕ ਮਿੰਟ ਅੰਮ੍ਰਿਤਪਾਲ ਇਸ਼ੂ ਜਿਹੜਾ ਹੈਗਾ ਇੱਕ ਮਿੰਟ ਸਰ ਅੰਮ੍ਰਿਤਪਾਲ ਇਸ਼ੂ ਨੂੰ ਲੈ ਕੇ ਕਿਸ ਤਰ੍ਹਾਂ ਵੇਖਦੇ ਹੋ, ਕਿਉਂਕਿ ਹੁਣ ਜਿਹੜਾ ਗੁਰਦੁਆਰੇ ਸਾਹਿਬ ਤੇ ਜਿਹੜੀ ਵੀ ਚੀਜ਼ਾਂ ਹੋਈ ਹੈ ਤੇ ਤੁਸੀਂ ਹੁਣ ਕਿਸ ਤਰ੍ਹਾਂ ਦੇਖਦੇ ਹੋ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਵੇਖਦੇ ਹੋਏ? ਕਿਤੇ ਨਾ ਕਿਤੇ ਕੰਪਲੇਂਟ ਵੀ ਹੋਈ ਹੈ ਕਿ ਗੁਰਦੁਆਰੇ ਸਾਹਿਬ ਦੀ ਜਿਹੜੀ ਵੀ ਬੈਂਚਿਸ ਨੇ, ਜਿਹੜੀ ਕੁਰਸੀਆਂ ਨੇ, ਉਹਨਾਂ ਨੂੰ ਜਲਾ ਦੇਖੋ ਜੀ ਮੈਂ ਪਹਿਲੇ ਵੀ ਮੇਰਾ ਇਹੀ ਬੜਾ ਕਲੀਅਰ ਵਿਊ ਸੀ ਕਿ ਮੈਂ ਮਾਈਕਰੋ ਪੋਲਿਸਿੰਗ ਨਹੀਂ ਕਰਨੀ ਸਾਡੇ ਵੱਲੋਂ। ਯਾਰ ਬੋਲਣ ਤੇ ਦੋ ਨਾ ਜੀ, ਬਾਜਵਾ ਸਾਹਿਬ ਬੋਲਣ ਦੋ ਨਾ ਜੀ। ਮਾਈਕਰੋ ਪੋਲਿਸਿੰਗ ਨਹੀਂ ਕਰਨੀ ਕਿ ਜੇ ਹੁਣ ਮਤਲਬ ਸਾਡੇ ਇੱਕ ਪੁਰਾਣੇ ਡੀਜੀਪੀ ਸਾਹਿਬ ਸੀ ਕਹਿੰਦੇ ਵੀ ਪੰਜਾਬ 'ਚ 400 ਥਾਣੇ ਹੈਗੇ ਤੇ ਮੈਂ 400 ਥਾਣਿਆਂ ਦਾ ਐਸਐਚਓ ਹੈਗਾ। ਸੋ ਸਾਡੇ ਵੱਲੋਂ ਪਾਲਿਸੀ ਡਾਇਰੈਕਸ਼ਨਸ ਆਰ ਵੈਰੀ ਕਲੀਅਰ ਕਿ ਜਿੱਥੇ ਲਾਅ ਦੀ ਵਾਇਲੇਸ਼ਨ ਹੁੰਦੀ ਹੈ ਉੱਥੇ ਐਪਰੋਪ੍ਰੀਏਟ ਐਕਸ਼ਨ ਕਿਹਾ ਜਾਵੇ। ਹੁਣ ਇਸ ਕੇਸ ਦੇ ਵਿੱਚ ਜੇ ਸੀਪੀ ਜਲੰਧਰ ਨੂੰ ਐਪਲੀਕੇਸ਼ਨ ਦਿੱਤੀ ਗਈ ਹੈਗੀ, ਸੀਪੀ ਜਲੰਧਰ ਵਿਲ ਟੇਕ ਐਪਰੋਪ੍ਰੀਏਟ ਲੀਗਲ ਐਕਸ਼ਨ। ਅੱਜ ਵੀ ਇੱਕ ਇਨਸੀਡੈਂਟ ਹੋਇਆ ਉਹਦੇ ਤੇ ਵੀ ਵਾਟ ਐਵਰ ਐਕਸ਼ਨ ਇਜ਼ ਮੇਡ ਆਊਟ ਐਸ ਪਰ ਲਾਅ ਵਿਲ। ਦੇਖੋ ਅਸੀਂ ਕਿਸੇ ਦੇ ਅਗੇਂਸਟ ਨਹੀਂ ਹੈਗੇ, ਅਸੀਂ ਕਿਸੇ ਦੇ ਫੇਵਰ 'ਚ ਨਹੀਂ ਹੈਗੇ, ਸਾਡਾ ਕੰਮ ਹੈਗਾ ਲਾਅ ਨੂੰ ਐਨਫੋਰਸ ਕਰਨਾ। ਸਰ ਤੁਸੀਂ ਬੜਾ ਕਲੀਅਰ ਕਿਹਾ ਕਿ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਮੇਨਟੇਨ ਕੀਤਾ ਜਾਏਗਾ, ਜਿਹੜੇ ਵੀ ਲਾਅ ਐਂਡ ਆਰਡਰ ਕੋਈ ਬ੍ਰੇਕ ਕਰਦਾ ਹੈ ਉਹਦੇ ਖਿਲਾਫ ਕਾਰਵਾਈ ਐਸ ਪਰ ਲਾਅ ਵੀ ਵਿਲ ਟੇਕ ਐਕਸ਼ਨ। ਸਰ ਆਰਪੀਜੀ ਅਟੈਕ ਤੋਂ ਲੱਗਦਾ ਕਿ ਰਿੰਦਾ ਦੀ ਐਗਜ਼ਿਸਟੈਂਸ ਦਿਖਾਉਣ ਦੇ ਲਈ ਜਾਂ ਕੁਝ ਐਦਾਂ ਕੋਈ ਲੰਡਾ ਨਹੀਂ ਕਿਦਾ ਇਹਨਾਂ ਦਾ ਕੋਈ ਮੋਡਿਊਲ ਦਾ ਇਨਵੋਲਵਮੈਂਟ ਹੈ ਜੋ ਤਾਂ ਹੋਇਆ? ਦੇਖੋ ਜੀ ਇਹ ਸਾਰੇ ਰਿੰਦਾ ਬਾਰੇ ਕੋਈ ਸਾਨੂੰ ਆਥੈਂਟਿਕ ਇਨਪੁਟ ਨਹੀਂ ਆਈ ਸੀ। ਮੀਡੀਆ ਦੇ ਵਿੱਚ ਵੀ ਮੈਂ ਇਹੀ ਗੱਲ ਕਹੀ ਸੀ ਕਿ ਮੀਡੀਆ ਦੀ ਰਿਪੋਰਟਾਂ ਹੀ ਕਾਫੀ ਸੀਗੀਆਂ, ਬਟ ਵੀ ਡੋਂਟ ਹੈਵ ਐਨੀ ਆਫੀਸ਼ੀਅਲ ਕਨਫਰਮੇਸ਼ਨ। डीजीपी साहब एक जो पंजाब के जो थाने हैं वो बाहर की एरिया में पड़ते हैं, वहाँ पर भी क्या ਹਾਈਵੇ ਤੇ ਕੈਮਰੇ ਲਗਾਏ। ਹਾਂਜੀ ਅਸੀਂ ਸਾਰੇ ਥਾਣਿਆਂ ਦੀ ਅਸੀਂ ਸਿਕਿਉਰਿਟੀ ਆਡਿਟ ਕਰਾ ਕੇ ਉਹਨਾਂ ਦੀ ਸਿਕਿਉਰਿਟੀ ਨੂੰ ਐਪਰੋਪ੍ਰੀਏਟਲੀ ਅਸੀਂ ਟਾਈਟਨ ਕਰ ਰਹੇ ਹਾਂ। ਜਿੱਥੇ ਸੀਸੀਟੀਵੀ ਲਵਾਉਂਦੇ ਹੈ, ਜਿੱਥੇ ਅਸੀਂ ਹਾਰਡਨ ਸਿਕਿਉਰਿਟੀ ਕਰਨੀ ਹੈ, ਜਿੱਥੇ ਅਸੀਂ ਕਈ ਥਾਵਾਂ ਤੇ ਡਿਪਲੋਇਮੈਂਟ ਵਧਾਈ ਹੈ, ਜੇ ਬਾਉਂਡਰੀ ਵਾਲ ਕਿਤੇ ਨਹੀਂ ਹੈਗੀ ਬਾਉਂਡਰੀ ਵਾਲ ਬਣਵਾ ਕੇ ਉਹਦੀ ਹਾਈਟਸ ਰੇਸ ਕਰੀ ਜਾ ਰਹੀ ਹੈ, ਜਿੱਥੇ ਡਰੈਗਨ ਲਾਈਟਾਂ ਦੀ ਲੋੜ ਹੈਗੀ ਡਰੈਗਨ ਲਾਈਟਾਂ ਕਰ। ਅਸੀਂ ਸਾਰੇ ਐਸਐਸਪੀਜ਼ ਨੂੰ ਇਹ ਟਾਸਕ ਦਿੱਤਾ ਹੈ ਕਿ ਆਫੀਸਰਸ ਦੀ ਡਿਊਟੀ ਲਾ ਕੇ ਕਿ ਆਲ ਓਵਰ ਪੰਜਾਬ ਕਰ, ਅਸੀਂ ਆਲ ਓਵਰ ਪੰਜਾਬ ਕਰ ਰਹੇ ਹਾਂ। ਵੀਡੀਓ ਵਾਇਰਲ ਹੋਈ ਹੈ ਫਾਇਰਿੰਗ ਹੋਈ ਸੀ, ਐਲੀਗੇਸ਼ਨ ਲਗਾ ਰਹੀ ਹੈ ਕਿ ਪੁਲਿਸ ਵੱਲੋਂ ਉਸ ਮਾਮਲੇ ਦੇ ਵਿੱਚ ਕਾਰਵਾਈ ਨਹੀਂ ਕੀਤੀ ਗਈ, ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਨੂੰ ਜਸਟਿਸ ਉਸ ਮਾਮਲੇ 'ਚ ਐਕਚੁਅਲੀ ਗੱਲ ਕੀ ਹੈਗੀ ਜਿਹੜਾ ਅਸੀਂ ਵੀ ਆਰ ਟੇਕਿੰਗ ਅਗੇਨ ਮੈਰਿਟ ਬੇਸਡ ਵਿਊ ਇਨ ਦਿਸ ਕਿ ਦੋਵੇਂ ਪਾਸੇ ਫਾਇਰਿੰਗ ਹੋਈ ਸੀ। ਹੁਣ ਜਿਹੜੀ ਐਨਆਰਆਈ ਫੈਮਿਲੀ ਹੈ ਜਿਹੜਾ ਇਹਨਾਂ ਦਾ ਬਿਆਨ ਦਰਜ ਹੋਇਆ ਹੈ ਇਸ ਦੇ ਉੱਪਰ 13 ਗ੍ਰਿਫਤਾਰੀਆਂ ਹੋਈਆਂ ਸੀ। ਸੋ ਆਲ ਦਾ ਅਕਿਊਜ਼ਡ ਨੇਮਡ ਇਨ ਦੀ ਐਫਆਈਆਰ ਹੈਵ ਬੀਨ ਅਰੈਸਟਡ। ਇਹਨਾਂ ਤੇ ਕ੍ਰਾਸ ਐਫਆਈਆਰ ਬਣ ਗਈ ਹੈ ਕਿਉਂਕਿ ਇਹਨਾਂ ਨੇ ਫਾਇਰਿੰਗ ਕੀਤੀ ਹੈ। ਸੋ ਇਹਨਾਂ ਦੀ ਪਲੀ ਹੈਗੀ ਕਿ ਅਸੀਂ ਸੈਲਫ ਡਿਫੈਂਸ 'ਚ ਫਾਇਰ ਕੀਤੀ ਹੈ। ਤਾਂ ਸੀਪੀ ਅੰਮ੍ਰਿਤਸਰ ਇਜ਼ ਸੀਜ਼ਡ ਆਫ ਦਾ ਮੈਟਰ ਤੇ ਐਪਰੋਪ੍ਰੀਏਟ ਜੋ ਫੈਕਟਸ ਤੇ ਮੈਰਿਟ ਤੇ ਜੋ ਬੰਦਾ ਹੈਗਾ ਉਹ ਕਾਰਵਾਈ ਕੀਤੀ ਜਾਊਗੀ। ਸਰ ਕਿੰਨੀ ਸੱਚਾਈ ਹੈ ਸਰ, ਕਿੰਨੀ ਸੱਚਾਈ ਹੈ ਗੋਲਡੀ ਬਰਾੜ ਨੂੰ ਲੈ ਕੇ ਕਿ ਸਰ ਬਾਰ-ਬਾਰ ਕਿਉਂਕਿ ਇੱਕ ਮੀਡੀਆ ਉਸਲਾਂਦਾ ਹੈ ਕਿ ਡਿਟੇਨ ਕਰ ਲਿਆ, ਦੂਜਾ ਕਹਿੰਦਾ ਨਹੀਂ ਕੀਤਾ, ਸਰ ਬਹੁਤ ਕੁਝ ਹੈ ਸਰ। ਅਸਲ ਪਿਕਚਰ ਕੀ ਹੈ, ਡਿਟੇਨ ਕੀਤਾ ਹੈ ਜਾਂ ਉਹਦਾ ਹਾਲਾਤ ਕੀ ਨੇ, ਕਿਉਂਕਿ ਉਹਨੂੰ ਰੱਖਿਆ ਹੈ ਇਹ ਛੇਤੀ ਜੀ ਸਟੇਟਸ ਕਲੀਅਰ ਹੋ ਜਾਊਗਾ। ਦੇਖੋ ਸਿੰਸ ਵੀ ਆਰ ਡੀਲਿੰਗ ਵਿਦ ਅ ਫੋਰਨ ਕੰਟਰੀ ਸੋ ਮੈਂ ਇਸ ਤੇ ਕਮੈਂਟ ਨਹੀਂ ਕਰਾਂਗਾ। These are drone module you have done a joint operation with BSF. How many weapons and what is the modus operandi for smuggling the weapon? Drone are being used or there is some other method are being used by? The drones are being primarily being used ਕਿਉਂਕਿ ਡਰੋਨ ਦੇ ਵਿੱਚ ਪੇਲੋਡ ਘੱਟ ਹੁੰਦਾ ਹੈ।
ਸੋ ਮੋਸਟਲੀ ਜਿਹੜੇ ਵੈਪਨਸ ਜਾਂ ਐਕਸਪਲੋਸਿਵਸ ਹੈਗੇ ਉਹ ਡਰੋਨਸ ਦੇ ਥਰੂ ਆਉਂਦੇ ਆ। ਰਿਵਰਾਈਨ ਬਾਰਡਰ ਤੋਂ ਹਜੇ ਵੀ ਸਮਗਲਿੰਗ, ਕਿਉਂਕਿ ਜੇ ਹੀਰੋਇਨ ਆਉਂਦੀ ਹੈ ਉਹਦੀ ਖੇਪ ਵੱਡੀ ਨਹੀਂ ਹੋ ਸਕਦੀ ਜੇ ਡਰੋਨਸ ਤੋਂ ਜਿਹੜੀ ਆਉਂਦੀ ਹੈ। ਜਲੰਧਰ ਨੇ ਬਹੁਤ ਗਾਲਾਂ ਕੱਢਦੇ ਨੇ ਔਰ ਸ਼ਰੇਆਮ ਗਾਲਾਂ ਕੱਢ ਰਹੇ ਨੇ ਡਿਸਪਲਿਨ ਫੋਰਸ ਦੇ ਵਿੱਚ। ਡੀਸੀਪੀ ਕੋਲ ਇਦਾਂ ਗਾਲਾਂ ਕੱਢਣੀਆਂ ਸੋਸ਼ਲ ਮੀਡੀਆ ਆਇਆ ਸਰ, ਉਹ ਕਿੱਦਾਂ So CP Jalandhar is looking into the matter. If some सर क्या 2 आरपीजी मिसिंग है? कहा जा रहा है कि तरन में जो आरपीजी अटैक हुआ उसमें एक इस्तेमाल हुआ है, ड्रोन से 3 आए थे, 2 अभी मिसिंग है। कुछ इंटेलिजेंस नहीं, अभी हम इसकी इन्वेस्टिगेशन कर रहे हैं, तो जल्दी हम आपके साथ सारा कुछ साझा करेंगे जी। ਕੁਲਦੀਪ ਚਾਹ ਜੁਆਇਨ ਕਰਕੇ ਸਰ ਚੰਡੀਗੜ੍ਹ हाँ जी, he has reported back. और कोई कारण पता लगा टाइम? नहीं देखो जी, ऐसे यूटी का प्रेरोगेटिव है, तो पंजाब मतलब साढ़े तो पैनल मंगया जाता है, ਅਸੀਂ अक्सर भेज देंगे हैं। ਪਹਿਲਾਂ ਤਿਆਰ ਹੈ ਸਰ ਆਪਣਾ नहीं, नो कमेंट्स ऑन दिस। अभी हाले तो वो आए नहीं देखो जी, even what we have seen, even people connected with modules, I will take you to Deepak and Divyanshu, so they were paid also. मतलब है ना, this line is blurring actually between gangsters and terrorists, between being paid or not being paid. So ultimately मतलब इन्हां नूं प्यादे कह लो, mercenaries कह लो, so इस तरह की सिचुएशन इमर्ज हो रही है। ਤੇ ਸਰ ਹਜੇ ਦੀਪਕ ਜੱਜਰ ਵੀ ਫਰਾਰ ਹੈ, ਅਜੇ ਤੱਕ ਦੀ ਗ੍ਰਿਫਤਾਰੀ ਨਹੀਂ ਹੋਈ। ਹਾਲਾਂਕਿ ਜਿਹੜਾ ਨਾਬਾਲਿਗ ਨੂੰ ਤਾਂ ਫੜ ਲਿਆ, ਤੇ ਤੁਹਾਨੂੰ ਲੱਗ ਰਿਹਾ ਸਰ ਕੁਝ ਇਨਵੈਸਟੀਗੇਸ਼ਨ ਡਰਾਈਵਿੰਗ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਜਿਹੜਾ ਦੀਪਕ ਦੇ ਇਨਫੈਕਟ ਅਸੀਂ ਕਾਫੀ ਐਡਵਾਂਸ ਸਟੇਜ ਤੇ ਸਾਡਾ ਆਪਰੇਸ਼ਨ ਹੈਗਾ, ਸੋ ਵੀ ਆਰ ਹੋਪਫੁਲ ਆਫ ਗੈਟਿੰਗ ਦੀਪਕ ਆਲਸੋ। ਬਟ ਮੈਂ ਅਜੇ ਲੱਗ ਰਿਹਾ ਤੁਹਾਨੂੰ ਕੋਈ ਸਿਮਿਲੈਰਿਟੀ ਜਿਹੜੀ ਹੈਗੀ 9 ਮਈ ਨੂੰ ਜਿਹੜਾ ਮੋਹਾਲੀ ਤੇ ਅਟੈਕ ਹੋਇਆ ਸੀਗਾ ਆਰਪੀਜੀ, ਉਹ ਤੇ ਇੱਥੇ ਜਿਹੜਾ ਤਰਨਤਾਰਨ ਹੋਇਆ, ਉਹਦੇ ਵਿੱਚ ਕੁਝ ਤੁਹਾਨੂੰ ਥੋੜਾ ਇਹਦੇ ਚ ਦੇਖੋ ਸਮਾਂ ਲੇਟ ਹੈ, ਮੋਹਾਲੀ ਵਾਲਾ ਥੋੜਾ अर्ਲੀ ਹੋਇਆ ਸੀ, ਅਦਰਵਾਈਜ਼ ਦੀ ਨੇਚਰ ਆਫ ਦੀ ਦੈਟ ਇਜ਼ ਸਿਮਿਲਰ। ਜਿਹੜਾ ਪ੍ਰੋਜੈਕਟਾਈਲ ਯੂਜ਼ ਹੋਇਆ ਉਹ ਸਿਮਿਲਰ ਨੇਚਰ ਦਾ ਹੈਗਾ। Sir, do you think they were well trained and that they are being trained by somebody? The way this happened? ਪੋਸਿਬਿਲਿਟੀ ਕੈਨੋਟ ਬੀ ਰੂ। ਅੱਜ ਕੱਲ੍ਹ ਵੈਸੇ ਨਾ ਜੀ ਆਨਲਾਈਨ ਵੀ ਬੜੇ ਕੋਰਸਿਸ, ਕਿਉਂਕਿ ਪਹਿਲੇ ਮੈਨੂੰ ਯਾਦ ਹੈ 2015-16 ਚ ਜਦੋਂ ਅਸੀਂ ਉਹ ਹਰਮਿੰਦਰ ਮਿੰਟੂ ਫੜਿਆ ਸੀ, ਉਦੋਂ ਥਾਈਲੈਂਡ ਦੇ ਵਿੱਚ ਟ੍ਰੇਨਿੰਗ ਕੈਂਪਸ ਇਹਨਾਂ ਨੇ ਲਾਏ ਸੀਗੇ। ਤਾਂ ਹਾਲੇ ਕੋਈ ਐਕਟਿਵ ਹੁਣ ਜਿਵੇਂ ਅਬਾਊਟ ਸਮ ਵੀ ਹੈਡ ਰਿਸੀਵਡ ਅਬਾਊਟ ਸਮ ਅਦਰ ਇਨਪੁਟ ਅਬਾਊਟ ਅਨਦਰ ਗੈਂਗਸਟਰ ਹੂ ਹੈਜ਼ ਰੀਚਡ ਪਾਕਿਸਤਾਨ, ਸੋ ਸਪੈਸੀਫਿਕਲੀ ਟ੍ਰੇਨਿੰਗ ਕੈਂਪਸ ਕਰਕੇ ਉੱਥੋਂ ਐਕਸਫਿਲਟ੍ਰੇਟ ਕਰਕੇ ਬੰਦਾ ਇੱਥੇ ਆਇਆ ਹੋਵੇ, ਇਸ ਤਰ੍ਹਾਂ ਦੀ ਰੀਸੈਂਟ ਰਿਪੋਰਟ ਨਹੀਂ ਹੈਗੀ। Who is this another gangster who have reached Pakistan recently? Can you please name him? Cannot name him. Are we offering a cup of tea? ਸਰ ਥੈਂਕ ਯੂ, ਤੁਸੀਂ ਬੜਾ ਸੀਰੀਅਸ ਜਵਾਬ ਦੇ ਰਹੇ ਹੋ ਸਰ। ਇੱਕ ਡਰੋਨ ਨੂੰ ਲੈ ਕੇ ਕੋਈ ਗੱਲ ਕਰ ਲੈਂਦੋ ਜੀ। ਐਂਟੀ ਡਰੋਨ ਸਰ, ਐਂਟੀ ਡਰੋਨ ਕੀ ਸਰ ਕਰ ਰਹੇ ਆਪਾਂ ਸਰ? ਇਹ ਡਰੋਨ ਤਾਂ ਕੀ In ਹੈ a recent trend, these gangsters who were earlier into the extortion and kind of thing, this Rinda and the Goldi Barad and Satbeer, Sata, Nishera, they all were now involved into the anti-national activities. And in Correct, fact, the correct. base You are correct. Pakistan and ISI is backing them. I mean, what is your investigation disclosing this, how it is happening, and how they are connected to pro-Khalistani elements and ISI? देखो जी, again this is a lot of it is speculative. A lot of it is speculative because there has been increase in pressure of the security forces in J&K. Now due to this, there has also been a change in the army chief in Pakistan. So they say कि ਜਿਹੜਾ ISI ਦਾ head ਸੀਗਾ ਉਹ army chief ਹੋਣੇ recently ਬਣ, तो ਜਿਵੇਂ ਹੁੰਦਾ ਵੀ somebody takes charge recently ਤੇ ਮੈਨੂੰ impact ਕਰਨਾ ਹੁੰਦਾ ਹੈ। So we don't know the reason, we can't analyze, क्योंकि we have to go by facts on ground. But the facts on ground is that there is a intensification of activity from the other side. ਤੇ ਪਾਕਿਸਤਾਨ ਵੱਲੋਂ ਬਹੁਤ ਜ਼ਿਆਦਾ ਇਹ ਮਤਲਬ ਸਾਡੇ ਵੀ ਜਿਵੇਂ ਟਰਾਂਸ ਬਾਰਡਰ ਸੋਰਸਸ ਹੁੰਦੇ ਹੈ, we have other technical means of getting information. ਸੋ ਉਸ ਦੇ ਵਿੱਚ ਇਹੀ ਗੱਲ ਆ ਰਹੀ ਹੈ ਕਿ ਉਹਨਾਂ ਦਾ ਬਹੁਤ ਸਟਰੋਂਗ ਪ੍ਰੈਸ਼ਰ ਹੈ ਕਿ ਕੁਛ ਨਾ ਕੁਛ ਇੱਥੇ ਕੀਤਾ ਜਾਵੇ। ਸਰ ਇੱਕ ਮੂਸੇ ਵਾਲਾ ਕੇਸ ਦੀ ਇਨਕੁਆਇਰੀ ਜਿਹੜੀ ਦਿੱਲੀ ਪੁਲਿਸ ਕਰ ਰਹੀ ਹੈ, ਉਹਨਾਂ ਨੇ ਆਪਣੇ ਕੁਝ ਆਫੀਸਰ ਨੂੰ ਸਿਕਿਉਰਿਟੀ ਦਿੱਤੀ ਦਿੱਲੀ ਪੁਲਿਸ ਨੇ, ਆਪਣੇ ਪੰਜਾਬ ਪੁਲਿਸ ਵੀ ਜੋ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੇ ਉਹਨਾਂ ਨੂੰ ਵੀ ਧਮਕੀਆਂ ਆਈਆਂ। ਨਹੀਂ, ਮੈਨੂੰ ਦੇਖੋ ਜੀ, ਜਿੱਥੋਂ ਤੱਕ ਮੇਰੀ ਨੌਲੇਜ ਹੈ ਮੂਸੇ ਵਾਲੇ ਕੇਸ ਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਉਹਨਾਂ ਨੇ। ਦੇਖੋ ਜਿਵੇਂ ਕੋਈ ਕ੍ਰਾਈਮ ਹੁੰਦਾ ਹੈ ਉਹਦੀ FIR ਦਰਜ ਹੁੰਦੀ ਹੈ, ਉਹਦੀ FIR ਸਾਡੇ ਮਾਨਸੇ ਜ਼ਿਲ੍ਹੇ 'ਚ ਦਰਜ ਹੋ ਗਈ, ਉਹਦੇ ਵਿੱਚ ਅਸੀਂ 35 ਅਕਿਊਜ਼ ਚਾਰਜ ਸ਼ੀਟ ਕਰਤੇ ਜੀ। ਸੋ ਉਹ ਇਨਵੈਸਟੀਗੇਸ਼ਨ ਤੇ ਮਾਨਸਾ ਪੁਲਿਸ ਨੇ ਕੀਤੀ ਹੈ। ਹੁਣ ਮੂਸੇਵਾਲਾ ਕੇਸ ਦੇ ਕੁਝ ਅਕਿਊਜ਼ਡ ਜਾਂ ਕੁਝ ਲੋਕ ਮੁਲਜ਼ਮ ਸੀਗੇ ਜਿਨ੍ਹਾਂ ਨੇ ਰੈਕੀ ਕੀਤੀ, ਉਹਨਾਂ ਨੇ ਦਿੱਲੀ ਪੁਲਿਸ ਨੇ ਬਹੁਤ ਚੰਗਾ ਕੰਮ ਕੀਤਾ ਜੀ। ਸੋ
ਉਹ ਉਹਨਾਂ ਨੇ ਉਹ ਬੰਦੇ ਫੜ ਲਏ, ਕੁਝ ਬੰਦੇ ਅਰੈਸਟਡ ਹੋ ਗਏ, ਉਹ ਉਹਨਾਂ ਨੂੰ ਵੀ ਬ੍ਰੌਟ them ਔਨ ਪ੍ਰੋਟੈਕਸ਼ਨ ਵਾਰੰਟ, ਆਪਣੇ ਕੇਸ 'ਚ ਫਾਰਮਲ ਗ੍ਰਿਫਤਾਰੀ ਪਾ ਲਈ ਜੀ। ਸੋ ਪਰ ਮੂਸੇਵਾਲਾ ਮਰਡਰ ਕੇਸ ਹੈਜ਼ ਬੀਨ ਇਨਵੈਸਟੀਗੇਟਡ ਬਾਈ ਪੰਜਾਬ ਪੁਲਿਸ। ਬਾਕੀ ਇਹਨਾਂ ਤੇ ਦੇਖੋ ਫॉर ਅਸ ਇਟ ਇਜ਼ ਐਨ ਆਕੂਪੇਸ਼ਨਲ ਹੈਜ਼ਰਡ। ਅਸੀਂ ਕਹਿੰਦੇ ਆਓ ਜੀ ਸਾਹਮਣੇ, ਸਾਡੇ ਸਾਹਮਣੇ ਆਓ ਜੀ, ਫਿਰ ਦੱਸਾਂਗੇ ਜੀ। ਪੁਲਿਸ ਆਫੀਸਰ ਨੂੰ ਧਮਕੀਆਂ ਦੇ ਰਹੇ ਹੋ, ਉਹਦੀ ਗੱਲ ਕਰ ਰਹੇ ਹਾਂ। He is ਪੁਲਿਸ ਆਫੀਸਰ telling ਨੂੰ you the police officer are being provided security there by No, I will not- ਸਪੈਸ਼ਲ ਕਰਨੇ ਅਧਿਕਾਰੀਆਂ ਤੋਂ ਬਾਈ ਕੈਟੇਗਰੀ ਮੈਨੂੰ ਹਾਂ ਜੀ, ਮੈਂ ਵੀ ਅਖਬਾਰ 'ਚ ਪੜ੍ਹਿਆ ਜੀ। ਦਿੱਤੀ ਹੈ ਸਰ ਜੀ, ਜੀ। 12 ਆਫੀਸਰਸ ਨੇ, ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਹੈ ਬਾਈ ਕੈਟੇਗਰੀ। ਜੀ, ਜੀ। ਮਤਲਬ ਜੀ ਇਹ ਹੈ ਕਿ ਜਿਹੜੇ ਗੈਂਗਸਟਰ ਵੱਲੋਂ ਜਿਹੜੀ ਧਮਕੀਆਂ ਦਿੱਤੀ ਗਈ ਜਾਂ ਫਿਰ ਲੈਟਰ ਜਿਹੜਾ ਦਿੱਤਾ ਗਿਆ ਹੈ, ਉਹਨਾਂ ਦੀ ਜਿਹੜੀ ਸਿਕਿਉਰਿਟੀ ਜਿਹੜੀ ਬਤਾਈ ਗਈ ਹੈ, ਉਹਨਾਂ ਨੇ ਸਿੱਧੂ ਮੂਸੇਵਾਲਾ ਕੇਸ 'ਚ ਜਿਹੜੇ ਵੀ ਫਾਟੇ ਤੁਹਾਨੂੰ ਦਿੱਤੇ ਹੈ। ਦੇਖੋ ਸਾਡੇ ਲਈ, ਅਸੀਂ ਤਾਂ ਰੋਜ਼ ਹੀ ਕੋਈ ਨਾ ਕੋਈ ਗੈਂਗਸਟਰ ਫੜਦੇ ਹਾਂ ਜੀ। ਸੋ ਵੀ ਵਿਲ ਕੀਪ ਆਰ ਆਫਿਸਰਸ ਸਿਕਿਉਰ। ਦੇਰ ਇਜ਼ ਮੈਨੂੰ ਲੱਗਦਾ ਤੁਹਾਨੂੰ ਕਿ ਜੁਵੇਨਾਈਲ ਕਨੈਕਸ਼ਨ ਹਰੇਕ ਗੈਂਗਸਟਰ ਯੂਜ਼ ਕਰਨ ਲੱਗ ਗਿਆ, ਜਾਂ ਕੋਈ ਵੀ ਜੁਵੇਨਾਈਲ ਮਤਲਬ ਛੋਟੇ ਉਮਰ ਦਾ ਜਿਹੜਾ ਨਾਬਾਲਗ ਹੁੰਦਾ ਹੈ, ਉਹਨੂੰ ਹਰੇਕ ਗਰੁੱਪ 'ਚ ਪਾੜਿਆ ਜਾਂਦਾ। ਦਿਸ ਇਜ਼ ਅਨਫੋਰਚੂਨੇਟ। ਰਦਰ ਮੈਂ ਨਹੀਂ ਇਹ ਪਲੇਟਫਾਰਮ ਯੂਜ਼ ਕਰਾਂਗਾ, ਜਿਹੜੇ ਯੂਥ ਹੈਗੇ ਉਹਨਾਂ ਨੂੰ ਅਪੀਲ ਕਰਾਂਗਾ ਕਿ ਗਵਰਨਮੈਂਟ ਵੱਲੋਂ ਉਹਨੂੰ ਨਾਲ ਰਿਮਾਂਡ ਵੀ ਨਹੀਂ ਲੈ ਸਕਦੇ, ਉਸ ਹਿਸਾਬ ਦਾ ਨਾ ਹੀ ਉਹਨਾਂ ਤੋਂ ਹਾਂਜੀ। ਇੰਟਰੋਗੇਸ਼ਨ ਕਰ ਸਕਦੇ। ਵੀ ਇਹ ਕੰਸਟ੍ਰੇਂਟ ਵੀ ਹੈਗਾ ਥੋੜਾ ਜਿਹਾ ਨਾ, ਕਿਉਂਕਿ ਇੰਟਰਨੈਟ ਤੇ ਮੀਡੀਆ ਤੇ ਬਹੁਤ ਜ਼ਿਆਦਾ ਕਹਿ ਲਓ ਪ੍ਰੋਪੇਗੈਂਡਾ ਆਉਂਦਾ ਹੈ ਜਾਂ ਪਰਸੈਪਸ਼ਨ ਬਿਲਡਿੰਗ ਹੁੰਦੀ ਹੈ। ਤੇ ਮੈਂ ਯੂਥ ਨੂੰ ਅਪੀਲ ਕਰਾਂਗਾ ਕਿ ਵੈਪਨ ਦੇ ਨੂੰ ਲੈ ਸ਼ੁੱਡ ਕੇ ਜੋ ਸਖਤੀ ਕੀਤੀ ਹੈ, ਵੈਪਨ ਨੂੰ ਲੈ ਕੇ ਲੋਕੀ ਵਾਕਈ ਖੁਦ ਹੋਏ ਬੱਚਿਆਂ ਨੂੰ ਹਟਾਉਣ ਲੱਗ ਗਏ ਆ, ਫੋਟੋ ਹਟਾਉਣ ਲੱਗੇ ਨੇ। ਇਸ ਤਰ੍ਹਾਂ ਸਹੀ ਹੈ, ਕੋਈ ਜਿਹੜਾ ਯੂਥ ਹੈ ਜਿਹੜਾ ਉਹ ਕੋਈ ਨਾ ਕੋਈ ਆਈਕਨ ਇਦਾਂ ਦੇ ਹੋਣ ਜਿਹੜਾ ਕਹਿ ਸਕੇ ਆ ਕੇ, ਸਮਝਾ ਸਕੇ ਆ ਕੇ, ਠੀਕ ਹੈ ਸੀਐਮ ਬਹੁਤ ਕੰਮ ਕਰ ਤੁਸੀਂ ਵੀ ਲੱਗੇ ਹੋ, ਲੇਕਿਨ ਕਿੱਦਾਂ ਤੁਸੀਂ ਕਰੋ ਯੂਥ ਨੂੰ ਘੱਟੋ ਘੱਟ ਇਸ ਤਰ੍ਹਾਂ ਦੇ ਐਫਰਟਸ ਹੁੰਦੇ ਰਹੇ ਬੱਚੇ ਨਹੀਂ ਨਾ ਸਰ ਨਹੀਂ, ਤੁਹਾਡੀ ਗੱਲ ਦੇਖੋ, ਚੀਫ ਮਿਨਿਸਟਰ ਸਾਹਿਬ ਵੱਲੋਂ ਇੱਕ ਤੇ ਜਿਹੜੀ ਉਹਨਾਂ ਨੇ ਪਾਲਿਸੀ ਬਣਾਈ ਹੈ ਕਿ ਐਨੂਅਲ ਰਿਕਰੂਟਮੈਂਟਸ ਇਨ ਦਾ ਪੁਲਿਸ, ਮਤਲਬ ਮੈਂ ਸਮਝਦਾ ਕਿ ਹਰ 5 ਸਾਲ ਬਾਅਦ ਰਿਕਰੂਟਮੈਂਟ ਕਰਨ ਦੀ ਬਜਾਏ ਦੇ ਹਰ ਸਾਲ ਇੱਕ ਤੇ ਸਾਨੂੰ ਫਾਇਦਾ ਹੁੰਦਾ ਹੈ, ਸਾਡੀ ਵੈਕੈਂਸੀਜ਼ ਭਰ ਜਾਂਦੀ ਹੈ। ਇੱਕ ਜਿਹੜਾ ਯੂਥ ਹੈਗਾ ਉਹ ਹਰ ਸਾਲ ਪ੍ਰਿਪੇਅਰ ਕਰੂਗਾ, ਹਰ ਸਾਲ 2-2.5 ਹਜ਼ਾਰ ਪੋਸਟਾਂ ਨਿਕਲਣਗੀ। ਸੋ although it is a drop in the ocean for the, but then this will be applicable to all departments. Similarly, ਮਤਲਬ ਮੈਂ ਜਿਵੇਂ ਇਹਨਾਂ ਨੇ ਬੜੀ ਇੰਪੋਰਟੈਂਟ ਗੱਲ ਕਹੀ ਕਿ ਜਿਹੜੇ ਸਾਡੇ ਕਲਚਰਲ ਆਈਕਨਸ ਹੈਗੇ, ਸਪੋਰਟਸ ਆਈਕਨਸ ਹੈਗੇ, ਉਹਨਾਂ ਨੂੰ ਇੱਕ ਪੋਜ਼ਿਟਿਵ ਮੈਸੇਜਿੰਗ ਕਰਨੀ ਚਾਹੀਦੀ ਕਿ ਯੂ ਸੀ ਅਲਟੀਮੇਟਲੀ, ਉਹ ਜਿਵੇਂ ਉਹ ਗੱਲ ਕਰਦੇ ਸੀ ਆਪਣੇ ਜਰਨਲਿਸਟ ਕਿ ਹੀ ਟੁਕ ਵੇਰੀਅਸ ਨੇਮਸ, ਤੇ ਮੈਂ ਲੋਕਾਂ ਨੂੰ ਇਹ ਦੱਸਣਾ ਚਾਹਾਂਗਾ ਇਹਨਾਂ ਦੀ ਸ਼ੈਲਫ ਲਾਈਫ ਬਹੁਤ ਘੱਟ ਹੈਗੀ। ਇਹ ਭਾਵੇਂ ਗੋਲਡੀ ਬਰਾੜ, ਭਾਵੇਂ ਸੱਤਾ ਹੈਗਾ, ਭਾਵੇਂ ਲੰਡਾ ਹੈਗਾ, ਸੋ ਸ਼ੈਲਫ ਲਾਈਫ ਬਹੁਤ ਲਿਮਿਟਡ ਜੀ ਹੈਗੀ। ਸੋ ਯੂਥ ਸ਼ੁੱਡ ਫੋਲੋ ਕਲਚਰਲ ਆਈਕਨਸ, ਗੁੱਡ ਜਿਹੜੇ ਚੰਗੇ ਪੰਜਾਬੀ ਆਈਕਨ ਹੈਗੇ ਜੀ, ਉਹਨਾਂ ਦੇ ਪੈਟਰਨ ਤੇ ਚਲੋ ਜੀ। ਸਰ ਚੈਲੰਜ ਅੱਜ ਗੋਲਡੀ ਬਰਾੜ ਬਾਰੇ ਤੁਹਾਨੂੰ ਕੁਝ ਮਿਲ ਸਕਦਾ ਹੈ? No. ਸਰ ਚੈਲੰਜ ਐਕਸੈਪਟ ਕੀਤੇ ਜਾ ਰਹੇ, ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਸਾਹਮਣੇ ਆ ਕੇ ਕਰੋ ਜੋ ਵੀ ਕਰਨਾ ਹੈ। ਕਿ ਪੰਜਾਬ ਪੁਲਿਸ ਇੰਨੀ ਕਿ ਐਕਟਿਵ ਹੈਗੀ ਹੈ, ਜਾਂ ਪੰਜਾਬ ਪੁਲਿਸ ਕੋਲ ਇੰਨੇ ਮੁਲਾਜ਼ਮ ਹੈਗੇ ਨੇ ਕਿ ਲੜ ਸਕਦੇ ਨੇ? ਕਿਉਂਕਿ ਥਾਣਿਆਂ ਤੋਂ ਤਾਂ ਇਹ ਫੀਡਬੈਕ ਆਉਂਦਾ ਹੈ ਕਿ ਸਾਡੇ ਕੋਲ ਤਾਂ ਮੁਲਾਜ਼ਮ ਵੀ ਪੂਰੇ ਨਹੀਂ, ਕੋਈ ਧਰਨੇ ਦੇ ਨਹੀਂ, ਵੀ ਆਰ ਫੁੱਲੀ ਕੰਪੀਟੈਂਟ। ਦੇਖੋ ਜੀ, ਇਹ ਚੈਲੰਜਸ ਹੈਗੇ ਮਾਡਰਨ ਪੁਲਿਸਿੰਗ ਦੇ, ਲਾਅ ਐਂਡ ਆਰਡਰ ਚੈਲੰਜਸ ਹੈਗੇ, ਮਤਲਬ ਸਾਰਾ ਕੁਝ ਹੈਗਾ, ਬਟ ਅਸੀਂ ਵੀ ਆਰ ਫੁੱਲੀ ਕੰਪੀਟੈਂਟ ਤੇ ਅਸੀਂ ਕਰਾਂਗੇ। ਦੇਖੋ ਇਨਫੈਕਟ ਮੈਂ ਇਹ ਗੱਲ ਸਰਹਾਲੀ ਵੀ ਕੀਤੀ ਸੀ ਕਿ ਜੇ ਤੁਸੀਂ ਪਰ ਲੱਖ ਪੋਪੂਲੇਸ਼ਨ ਵੇਖੋ ਤੇ ਪੰਜਾਬ ਦਾ ਕ੍ਰਾਈਮ ਇਜ਼ ਛੋਟੀ ਛੋਟੀ ਸਟੇਟਾਂ ਨੂੰ ਛੱਡ ਦਿਓ, ਜਿਵੇਂ ਹੁਣ ਅਸੀਂ ਅਰੁਣਾਚਲ ਪ੍ਰਦੇਸ਼ ਨਾਲ ਨਹੀਂ ਕੰਪੇਅਰ ਕਰ ਸਕਦੇ ਜਾਂ ਪੌਂਡੀਚੇਰੀ ਨਾਲ ਨਹੀਂ ਕਰਦੇ, ਅਦਰਵਾਈਜ਼ ਸਾਡਾ ਕ੍ਰਾਈਮ ਜਿਹੜਾ ਇੰਡੀਆ 'ਚ ਲੋਵੈਸਟ ਹੈਗਾ। ਹੁਣ ਸਾਡੇ ਐਵਰੇਜ 700-750 ਮਰਡਰ ਹੁੰਦੇ ਆ ਪਰ ਈਅਰ, ਤੇ ਬਿਹਾਰ ਵਰਗਾ ਸਟੇਟ ਸਾਡੇ ਤੋਂ ਥੋੜਾ ਵੱਡਾ ਹੈ, ਉੱਥੇ 5000 ਮਰਡਰਸ ਹੁੰਦੇ। ਮਤਲਬ ਮੈਂ ਫਿਗਰਸ ਦੀ ਗੱਲ ਕਰ ਰਿਹਾ ਕਿ ਜੇ ਕੰਪੈਰੇਟਿਵ ਪੋਪੂਲੇਸ਼ਨ ਹੁਣ ਕ੍ਰਾਈਮਸ ਅਗੇਂਸਟ ਜਿਵੇਂ ਪਬਲਿਕ ਆਰਡਰ ਹੈ, ਉਹ ਪੰਜਾਬ ਇਜ਼ ਦਾ ਲੋਵੈਸਟ ਇਨ ਦਾ ਕੰਟਰੀ। ਸੋ ਮੋਸਟ ਪੈਰਾਮੀਟਰਸ ਦੇ ਵਿੱਚ, ਕਿਉਂਕਿ ਚਲੋ ਇਹ ਬਹੁਤ ਚੰਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਅਵੇਅਰਨੈਸ ਹੈਗੀ, ਛੋਟੀ ਜੀ ਗੱਲ ਹੁੰਦੀ, ਸੋਸ਼ਲ ਮੀਡੀਆ ਇਜ਼ ਵੈਰੀ, ਸੋ ਇਟ ਕੀਪਸ ਅਸ ਔਨ ਆਰ ਟੋਜ਼। ਬਟ ਇਫ ਯੂ ਕੰਪੇਅਰ ਵਾਟ ਇਜ਼ ਆਈ ਟੋਲਡ ਫੋਰਨ ਕੰਟਰੀਜ਼ ਦੇ ਵਿੱਚ ਤੇ ਮਾਈਨਰ ਆਫੈਂਸਸ ਇਨਵੈਸਟੀਗੇਟ ਹੀ ਨਹੀਂ ਕਰਦੇ ਜੀ। ਕਿਸੇ ਤੁਹਾਡੀ ਇੰਸ਼ੋਰੈਂਸ ਹੋਈ ਹੈ ਤੇ ਪੁਲਿਸ ਨੇ ਤਫਤੀਸ਼ ਨਹੀਂ ਕਰਨੀ। ਸੋ ਵੀ ਟੇਕ ਈਚ ਐਂਡ ਐਵਰੀ ਕ੍ਰਾਈਮ ਵੈਰੀ ਸੀਰੀਅਸਲੀ ਐਂਡ ਵੀ ਟਰਾਈ ਟੂ ਸੋਲਵ ਇਟ। ਸਰ ਫੋਰਸ ਵਧਾਉਣ ਦੀ ਵੀ ਗੱਲ ਹੋ ਰਹੀ ਕਿ ਫੋਰਸ ਵਧਾਈ ਜਾਵੇ, ਕਿਉਂਕਿ ਫੋਰਸ ਕਿਹਾ ਜਾਂਦਾ ਹੈ ਕਿ ਦੇਖੋ ਜੀ, ਸਾਡੀ ਨਾ ਜੀ ਹੁਣ ਜਿਵੇਂ ਹੁਣੇ ਇਸ ਸਾਲ ਜਿਵੇਂ 10,000 ਪੋਸਟਾਂ ਭਰੀਆਂ ਜਾ ਰਹੀ 2 ਸ਼ਿਫਟਾਂ ਦੇ ਵਿੱਚ। ਹੁਣ ਜਸਟ ਅ ਮੰਥ ਬੈਕ 4500 ਮੁਲਾਜ਼ਮਾਂ ਨੇ ਜੁਆਇਨ ਕੀਤਾ ਜੀ। ਸੋ ਇਹਨਾਂ ਦੀ ਨੈਚੁਰਲੀ ਹੁਣ ਇਸ ਵੇਲੇ ਟ੍ਰੇਨਿੰਗ ਚੱਲ ਰਹੀ ਹੈ, 8-9 ਮਹੀਨੇ ਬਾਅਦ ਇਹਨਾਂ ਨੇ ਜੁਆਇਨ ਕਰ ਲੈਣਾ ਜੀ। 5000 ਹੋਰ ਪੋਸਟਾਂ ਦੇ ਐਗਜ਼ਾਮਸ ਚੱਲ ਰਹੇ, ਸੋ 10,000 ਤੇ ਇਮੀਡੀਏਟ ਭਰ ਜਾਊਗੀ। ਸੋ ਇਨ ਅਨਦਰ 6 ਮੰਥਸ ਯੂ ਵਿਲ ਸੀ ਦ ਡਿਫਰੈਂਸ ਔਨ ਗਰਾਊਂਡ। ਹਰ ਸਾਲ ਸਾਡੀ ਜਿੰਨੀ ਵੈਕੈਂਸੀਜ਼ ਹੋਣਗੀ, ਜਿਹੜੀ ਸਾਡੀ 80,000 ਦੀ ਹੈਗੀ, ਉਹ ਹਰ ਸਾਲ ਰਿਕਰੂਟਮੈਂਟ ਕਰਕੇ ਅਸੀਂ ਉਹਨੂੰ ਪੂਰਾ ਕਰਾਂਗੇ ਜੀ। ਤੇ ਗਵਰਨਮੈਂਟ ਵੱਲੋਂ ਸਾਨੂੰ ਚੀਫ ਮਿਨਿਸਟਰ ਸਾਹਿਬ ਵੱਲੋਂ ਇਹ ਵੀ ਅਸ਼ੋਰੈਂਸ ਮਿਲਿਆ ਹੈ, ਜਿਹੜੀ ਸਾਡੀ ਨਵੀਆਂ ਸਕੀਮਾਂ ਹੈ, ਜੇ ਸਾਨੂੰ ਆਪਣੀ ਮੈਨ ਪਾਵਰ ਵਧਾਉਣ ਦੀ ਲੋੜ ਹੈ ਤੇ ਉਹ ਵੀ ਸਟੇਟ ਗਵਰਨਮੈਂਟ ਨੇ 2 ਚੀਜ਼ਾਂ ਸਾਨੂੰ ਇਹਦੇ 'ਚ ਕਾਫੀ ਹਾਈ ਲੈਵਲ ਰਿਵਿਊ ਮੀਟਿੰਗ ਹੋਈ ਸੀਗੀ, 2 ਚੀਜ਼ਾਂ ਤੇ ਕਿਹਾ ਹੈਗਾ, ਇੱਕ ਮੈਨ ਪਾਵਰ, ਇੱਕ ਸਾਡੀ ਟੈਕਨੋਲੋਜੀਕਲ ਅਪਗ੍ਰੇਡੇਸ਼ਨ। ਇਨਫੈਕਟ ਪਰਸੋਂ ਜਦੋਂ ਸੀਐਮ ਸਾਹਿਬ ਨੇ ਉਹ ਜੇਲ੍ਹ ਵਿਜ਼ਿਟ ਕੀਤੀ ਸੀਗੀ, ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਜੀ। ਸੋ ਉਸ ਦੇ ਵਿੱਚ ਕੀ ਅਸੀਂ ਡਿਟੇਲ 'ਚ ਡਿਸਕਸ ਕੀਤਾ ਕਿ ਜੇਲ੍ਹਾਂ ਨੂੰ ਕਿਵੇਂ ਸਟਰੋਂਗ ਕਰਨਾ। ਮੈਂ ਐਗਜ਼ਾਮਪਲ ਦੇ ਰਿਹਾ ਜੀ। ਹੁਣ ਸਾਡਾ ਇੰਟੈਲੀਜੈਂਸ ਵਿੰਗ ਹੈਗਾ,
ਜਾਂ ਸਾਡੀ ਬਾਰਡਰ ਪੁਲਿਸ ਸਟੇਸ਼ਨਸ ਹੈਗੇ, ਤੇ ਅਸੀਂ ਕਾਫੀ ਐਂਬੀਸ਼ੀਅਸ ਪਲਾਨ ਬਣਾਇਆ, ਸਾਡਾ ਸਾਈਬਰ ਕ੍ਰਾਈਮ ਸੈੱਲ ਹੈ ਕਿ ਇਹਨਾਂ ਨੂੰ ਅਪਗ੍ਰੇਡ ਕਰਨਾ ਹੈ। ਸੋ 30 ਕਰੋੜ ਦਾ ਸਟੇਟ ਗਵਰਨਮੈਂਟ ਨੇ ਮਨਜ਼ੂਰੀ ਦਿੱਤੀ ਹੈ ਫॉर ਅਪਗ੍ਰੇਡੇਸ਼ਨ ਆਫ ਸਾਈਬਰ ਸੈੱਲ। 80 ਕਰੋੜ ਦੀ ਉਹਨਾਂ ਨੇ ਸੀਐਮ ਸਾਹਿਬ ਨੇ ਮਨਜ਼ੂਰੀ ਦਿੱਤੀ ਹੈ ਫॉर ਅਪਗ੍ਰੇਡੇਸ਼ਨ ਆਫ ਦੀ ਇੰਟੈਲੀਜੈਂਸ ਨੈਟਵਰਕ। ਸੋ ਬਾਰਡਰ ਪੁਲਿਸਿੰਗ ਲਈ ਅਸੀਂ ਸੈਂਟਰਲ ਗਵਰਨਮੈਂਟ ਤੋਂ, ਅਸੀਂ ਜਦੋਂ ਸੀਐਮ ਐਚਐਮ ਨੂੰ ਮਿਲੇ ਸੀਗੇ, ਤਾਂ 150 ਕਰੋੜ ਦੀ ਅਸੀਂ ਪ੍ਰਪੋਜ਼ਲ ਸੈਂਟਰਲ ਗਵਰਨਮੈਂਟ ਨੂੰ ਭੇਜੀ ਹੈ ਫॉर ਅਪਗ੍ਰੇਡੇਸ਼ਨ ਆਫ ਆਵਰ ਬਾਰਡਰ ਪੁਲਿਸ ਸਟੇਸ਼ਨਸ। ਸੋ ਸਾਨੂੰ ਆਸ ਹੈ ਕਿ ਸਾਨੂੰ ਸੈਂਟਰ ਦੀ ਵੀ ਪੂਰੀ ਸਪੋਰਟ ਮਿਲੂਗੀ ਤੇ ਅਸੀਂ ਪੰਜਾਬ ਪੁਲਿਸ ਨੂੰ ਮਾਡਰਨਾਈਜ਼ ਕਰਾਂਗੇ। ਜਿੱਥੇ ਸਾਨੂੰ ਮੈਨ ਪਾਵਰ ਦੀ ਸ਼ਾਰਟੇਜ ਹੈਗੀ, ਅਸੀਂ ਮੈਨ ਪਾਵਰ ਉਹ ਡੈਫੀਸ਼ੀਐਂਸੀ ਪੂਰੀ ਕਰਾਂਗੇ। ਸਾਡੇ ਜਿਵੇਂ ਨਵੇਂ ਵਿੰਗਸ ਹੈਗੇ, ਜਿਵੇਂ ਇੱਕ ਸਾਡੀ ਐਂਬੀਸ਼ੀਅਸ ਸਕੀਮ ਪਲਾਨ ਅਸੀਂ ਕਰ ਰਹੇ ਹੈਗੇ, ਜਿਹੜੇ 112 ਹੈਗੇ, ਕਿ 112 ਦਾ ਜਿਹੜਾ ਔਨ ਦਾ ਪੈਟਰਨ ਆਫ ਯੂਪੀ, ਕਿ ਅਸੀਂ ਤਾਂ ਕਿ ਸਾਡਾ ਰਿਸਪੌਂਸ ਟਾਈਮ ਘਟੇ। ਸੋ ਅਸੀਂ ਇਹ ਅਗਲੇ ਬਜਟ ਦੇ ਵਿੱਚ ਅਸੀਂ ਇੱਕ ਐਂਬੀਸ਼ੀਅਸ ਪ੍ਰਪੋਜ਼ਲ ਲੈ ਕੇ ਆਵਾਂਗੇ ਸਰਕਾਰ ਤੋਂ। ਸੋ ਇਨ ਪ੍ਰਿੰਸੀਪਲ ਦਿਸ ਹੈਜ਼ ਬੀਨ ਡਿਸਕਸ। ਸੋ ਸਾਡੇ ਐਫਰਟਸ ਹੈਗੇ ਕਿ ਪੰਜਾਬ ਪੁਲਿਸ ਨੂੰ ਮਾਡਰਨਾਈਜ਼ ਕੀਤਾ ਜਾਵੇ, ਅਪਗ੍ਰੇਡ ਕੀਤਾ ਇੱਕ ਜਾਵੇ। ਸਵਾਲ ਹੈ ਸਰ, ਜੇਲ੍ਹਾਂ ਦੀ ਤੁਸੀਂ ਗੱਲ ਕੀਤੀ ਸਰ, ਜੇਲ੍ਹਾਂ 'ਚ ਮੋਬਾਈਲ ਜਿਹੜੇ ਆ ਉਹ ਬਹੁਤ ਰਿਕਵਰ ਹੋ ਗਏ, ਹੁਣ ਵੀ ਨਹੀਂ ਸਿਲਸਿਲਾ ਰੁਕ ਰਿਹਾ ਹੈ। ਕੋਈ ਵੀ ਜੇਲ੍ਹ 'ਚ ਤੁਸੀਂ ਛਾਪੇ ਮਾਰ ਲਓ ਜਾਂ ਫਿਰ ਰਿਕਵਰੀ ਜਿਹੜੀ ਹੈ ਉਹ ਕੰਟੀਨਿਊ ਜਿਹੜਾ ਰੂਟੀਨ ਚੱਲਦੀ ਹੈ, ਉਹਨੂੰ ਰੋਕਣ ਵਾਸਤੇ ਸਰ ਕਿਸ ਤਰ੍ਹਾਂ ਦਾ ਕੰਮ ਕੀਤਾ ਜਾ ਰਿਹਾ ਹੈ? ਕਿਉਂਕਿ ਜਿਹੜੀ ਮੈਨੂੰ ਲੱਗਦਾ ਦੋ ਤਿੰਨ ਚੀਜ਼ਾਂ ਮੈਂ ਇਸ ਤੇ ਦੱਸਾਂਗਾ। ਇੱਕ ਤੇ ਸੀਐਮ ਸਾਹਿਬ ਨੇ ਟੇਕ ਅਪ ਕੀਤਾ ਸੀਗਾ ਹੋਮ ਮਿਨਿਸਟਰ ਸਾਹਿਬ ਨਾਲ। ਸੋ ਹੋਮ ਮਿਨਿਸਟਰ ਵਾਸ ਵੈਰੀ ਲਾਰਜ ਹਾਰਟਡ, ਹੀ ਅਨਾਉਂਸ ਕਿ ਅਸੀਂ ਪੰਜਾਬ ਨੂੰ 100, ਉਹਨਾਂ ਨੇ ਅਪਰੂਵ ਕਰਤਾ ਹੈਗਾ 100 ਕਰੋੜ ਦੇਣਗੇ ਕਿ ਇੱਕ ਬਿਲਕੁਲ ਅਲਟਰਾ ਮਾਡਰਨ ਜੇਲ੍ਹ ਬਣਾਉਣਗੇ। ਸੋ ਉਹ ਸੈਂਟਰਲੀ ਨਵਾਂ ਸ਼ਹਿਰ ਦੇ ਆਲੇ ਦੁਆਲੇ ਲੈਂਡ ਕੀਤਾ ਜਾ ਰਿਹਾ ਹੈਗਾ। ਦੂਜਾ ਜਿਹੜਾ ਜਿਵੇਂ ਬਠਿੰਡਾ ਜੇਲ੍ਹ ਦੇ ਵਿੱਚ, ਮੈਂ ਬਹੁਤਾ ਖੁੱਲ ਕੇ ਨਹੀਂ ਬੋਲ ਸਕਦਾ, ਤੇ ਅਸੀਂ ਇੱਕ ਟੈਕਨੋਲੋਜੀਕਲ ਸੋਲੂਸ਼ਨ ਇੰਪਲੀਮੈਂਟ ਕੀਤਾ ਸੀਗਾ 2 ਸਾਲ ਪਹਿਲੇ। ਸੋ ਉਸ ਜੇਲ੍ਹ ਦੇ ਵਿੱਚ ਮੋਬਾਈਲ ਚੱਲਦੇ ਹੀ ਨਹੀਂ। ਸੋ ਉਹ ਅਸੀਂ ਰਿਪੀਟ ਕਰ ਰਹੇ ਹੈਗੇ ਫॉर ਆਲ ਦਾ ਜੇਲ੍ਸ ਇਨ ਪੰਜਾਬ, ਟੈਕਨੀਕਲ ਸੋਲੂਸ਼ਨ ਜਿਹੜਾ ਹੈਗਾ। ਤੀਜਾ ਇਹਨਾਂ ਦੀ ਮੈਨ ਪਾਵਰ, ਜਿਹੜਾ ਜੇਲ੍ਹ ਡਿਪਾਰਟਮੈਂਟ ਹੈ, ਜਿੱਥੇ ਇਹਨਾਂ ਦੀ ਬਾਉਂਡਰੀ, ਦੇਖੋ ਜਿਹੜੇ ਬਿਲਟ ਅਪ ਏਰੀਆ 'ਚ ਪ੍ਰੋਬਲਮ ਹੈਗੀ, ਕਿਉਂਕਿ ਜਿਹੜਾ ਥਰੋ ਦਾ ਸਿਸਟਮ ਹੈ, ਈਵਨ ਇੱਕ ਤਾਂ ਚਲੋ ਸਕਰੀਨਿੰਗ ਦੇ ਵਿੱਚ ਕਈ ਵਾਰੀ ਆ ਜਾਂਦੇ ਹੈ, ਅਦਰਵਾਈਜ਼ ਜਿਹੜਾ ਲੁਧਿਆਣਾ ਜੇਲ੍ਹ ਹੈ ਜਾਂ ਪਟਿਆਲਾ ਦੇ ਵਿੱਚ ਜੇਲ੍ਹ ਹੈ, ਉਹ ਥਰੋ ਕਰਕੇ ਵੀ ਮੋਬਾਈਲ, ਡਰੱਗਸ, ਹੋਰ ਚੀਜ਼ਾਂ ਅੰਦਰ ਆ ਜਾਂਦੀਆਂ। ਸੋ ਦਿਸ ਇਜ਼ ਅ ਪ੍ਰੋਬਲਮ। ਤਾਂ ਲੌਂਗ ਟਰਮ ਆਹੀ ਸੋਲੂਸ਼ਨ ਹੈ ਕਿ ਜੇਲ੍ਹਾਂ ਨੂੰ ਡੀਕੰਜੈਸਟ ਕਰਕੇ ਜਿਹੜੇ ਆਊਟਸਕਰਟਸ 'ਚ ਲੈ ਕੇ ਜਾਇਆ ਜਾਵੇ ਤੇ ਇਹਨਾਂ ਨੂੰ ਫੁੱਲੀ ਸਿਕਿਉਰ ਕੀਤਾ ਜਾਵੇ। ਮੈਨ ਪਾਵਰ ਇਜ਼ ਆਲਮੋਸਟ 50%, ਜਿਹੜੀ ਪੰਜਾਬ ਦੀ ਜੇਲ੍ਹਾਂ ਦਾ ਸੈਂਕਸ਼ਨਡ ਮੈਨ, ਉਹ 50% ਸਟਰੈਂਥ ਤੇ ਕੰਮ ਕਰ ਰਹੀ ਹੈ। ਸੋ ਉਹਨਾਂ ਦੇ ਵੀ ਬੜੇ ਕੰਸਟ੍ਰੇਂਟਸ ਹੈ। ਸੋ ਅਸੀਂ ਉਹਨਾਂ ਦੀ ਹੈਲਪ ਕਰ ਰਹੇ ਹੈਗੇ ਕਿ ਜੇਲ੍ਹਾਂ ਨੂੰ ਮਾਡਰਨਾਈਜ਼, ਅਪਗ੍ਰੇਡ ਕੀਤਾ ਜਾਵੇ। ਜਿਹਦਾ ਮੈਨ ਪਾਵਰ ਪਹਿਲਾਂ ਹੀ ਘੱਟ ਹੈ, ਸਰਕਾਰ ਨੇ ਕਿਸੇ ਦੀ ਫੈਸਲਾ ਲਿਆ, ਹੁਣ ਪੰਜਾਬ ਪੁਲਿਸ ਦੇ ਜਵਾਨ ਜ਼ਿਆਦਾਤਰ ਮੈਰਿਜ ਪੈਲਸਾਂ ਦੇ ਬਾਹਰ ਖੜਦੇ ਰਾਤ ਨੂੰ, ਉਹਨਾਂ ਨੂੰ ਲੱਗਦਾ ਕਿ ਜ਼ਿਆਦਾ ਚੈਲੰਜਿੰਗ ਆ ਰਾਤ ਨੂੰ ਸੁਰੱਖਿਆ ਹੋਰ ਵਧਾਉਣੀ ਚਾਹੀਦੀ ਹੈ। ਮੋਹਾਲੀ ਦੇ ਵਿੱਚ ਬਿਲਡਿੰਗਾਂ ਦੀ ਗੱਲ ਕਰ ਲਈਏ ਜਾਂ ਜਿਹੜੇ ਨਸ਼ਾ ਤਸਕਰਾਂ ਦੇ ਇਲਾਕੇ ਦੀ ਜਗ੍ਹਾ, ਨਹੀਂ, ਅਸੀਂ ਦੇਖੋ ਸਾਡੀ ਜਿਹੜੀ ਟੌਪ ਮੋਸਟ ਪ੍ਰਾਇੋਰਟੀ ਹੈਗੀ ਸਟੇਟ ਗਵਰਨਮੈਂਟ ਦੀ ਹੈਗੀ, ਉਹ ਗੈਂਗਸਟਰਸ, ਡਰੱਗਸ, ਟੈਰਰਿਜ਼ਮ। ਅਸੀਂ ਇਸ ਤੇ ਪੂਰਾ ਫੋਕਸ ਕਰਾਂਗੇ ਤੇ ਬਾਕੀ ਜਿਹੜੀ ਵੀ ਸਰਕਾਰ ਦੀ ਹਦਾਇਤਾਂ ਹੈ ਉਸ ਦੀ ਪਾਲਣਾ ਕੀਤੀ ਜਾਊਗੀ।